ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਹੁ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਣ ਬਿਨਾਸਨ ਸੋਏ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੈ ਦਸਾਹੇ ਕੀ ਕਥਾ, ਪੁਰੈ ਸੋ ਪੂਰਬਾਰ ਦੇ ਵਿਖੈ। ਕਥਨ ਕੀਨ ਮੈਂ ਮਥਨ, ਗ੍ਰੰਥ ਆਣ ਕੈ। ਅਬੈ ਸੋ ਤਰਤੈ ਵਿਖੈ ਚਰਿਤਰ ਪੰਥ ਕੇ। ਬਚਿੱਤਰ ਜੈ ਪਵਿੱਤਰ ਅਤਰ, ਚਾਹੇ ਹੋਂ ਬਖਿਆਣ ਕੈ। ਜੁਗੋ ਜੁਗ ਅਟਲ ਚਾਬਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ ਪਾਵਨ ਤਖਤ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ
ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਤਾਜਾਂ ਤੇ ਤਖਤਾਂ ਦੇ ਮਾਲਕ ਨੀਲੇ ਦੇ ਸ਼ਾਹ ਸਵਾਰ ਦਸਮ ਪਿਤਾ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਖਾਲਸਾ ਪੰਥ ਜੀ ਦੇ ਚੌਥੇ ਮਹਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਮਾਈ ਭਾਈ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਰੋਜ਼ ਵਾਂਗ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਦੁਨਿਆਵੀ ਕੰਮਾਂ ਕਾਰਾਂ ਚੋਂ ਵਕਤ ਕੱਢ ਕੇ ਗੁਰੂ ਦਰਬਾਰ ਅੰਦਰ ਜੁੜ ਬੈਠ ਕਰਕੇ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਸੀ। ਸਮਾਂ ਹੋਇਆ ਰੋਜ਼ ਦੀ ਮਰਿਆਦਾ ਮੁਤਾਬਕ ਚੱਲ ਰਹੀ ਲੜੀਵਾਰ ਸ੍ਰੀ ਗੁਰਪੰਥ ਪ੍ਰਕਾਸ਼ ਇਤਿਹਾਸਕ ਗ੍ਰੰਥ ਦੀ ਇਤਿਹਾਸਕ ਕਥਾ ਦੇ ਨਾਲ ਜੁੜਨ ਦਾ। ਸੋ ਆਓ ਜਿੱਥੇ ਆਪਾਂ ਸਰੀਰਕ ਤੌਰ ਤੇ ਗੁਰੂ ਦਰਬਾਰ ਅੰਦਰ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ, ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਮਨੋਬਿਰਤੀਆਂ ਨੂੰ ਲੜੀਵਾਰ ਇਤਿਹਾਸਕ ਪ੍ਰਸੰਗ ਨਾਲ ਜੋੜਨਾ ਕਰੀਏ। ਕੱਲ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾ ਜਾਣਾ ਕੀਤਾ ਹੈ। ਉਸ ਤੋਂ ਪਹਿਲਾਂ ਗੁਰੂ ਮਹਾਰਾਜ ਹੁਕਮੀ ਰੂਪ ਦੇ ਵਿੱਚ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਆਪਣੇ ਪੰਥ ਨੂੰ ਹੁਕਮ ਕਰ ਗਏ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮਹਾਰਾਜ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ। ਉਹਨਾਂ ਦਾ ਸੰਸਕਾਰ ਉਪਰੰਤ ਉਸ ਅਸਥਾਨ ਦੀ ਸੇਵਾ ਕਿੰਨਾ ਚਿਰ ਨਿਭਾਈ, ਉਹ ਸਾਰਾ ਪ੍ਰਸੰਗ ਆਪਾਂ ਕੱਲ ਤੱਕ ਸਰਵਣ ਕੀਤਾ ਸੀ। ਇਸ ਤੋਂ ਅੱਗੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦਾ ਦੂਸਰਾ ਭਾਗ ਸ਼ੁਰੂ ਹੋਇਆ ਹੈ। ਉਤਰਾਧਕ ਜਿਹੜਾ ਇਹ ਭਾਗ ਹੈ, ਇਸ ਤੋਂ ਪਹਿਲੇ ਭਾਗ ਦੇ ਵਿੱਚ 10 ਗੁਰੂ ਸਾਹਿਬਾਨਾਂ ਦਾ ਇਤਿਹਾਸ, ਇਸ ਤੋਂ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਗੇ ਖਾਲਸੇ ਦਾ ਇਤਿਹਾਸ ਆ ਰਿਹਾ ਹੈ। ਜਿਵੇਂ ਆਪਾਂ ਗੁਰੂ ਕਿਰਪਾ ਨਾਲ ਗੁਰੂ ਆਸੀਸ ਦਾ ਸਦਕਾ ਪਿਆਰ ਪ੍ਰੇਮ ਦੇ ਨਾਲ ਪਿਛਲੇ 10 ਗੁਰੂ ਸਾਹਿਬਾਨਾਂ ਦੇ ਉਸ ਇਤਿਹਾਸ ਨੂੰ ਵਾਚਿਆ ਵਿਚਾਰਿਆ ਸਾਂਝਾ ਕੀਤਾ ਹੈ। ਗੁਰੂ ਕਿਰਪਾ ਕਰਨ ਆਪਾਂ ਕੋਸ਼ਿਸ਼ ਕਰਨੀ ਹੈ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਸਤਿਗੁਰੂ ਸਭਨਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖਣਾ ਆਪਾਂ ਰਲ ਮਿਲ ਕੇ। ਇਸ ਤੋਂ ਅਗਲਾ ਜਿਹੜਾ ਇਤਿਹਾਸ ਹੈ ਖਾਲਸੇ ਦਾ ਇਤਿਹਾਸ ਹੈ, ਜਿਹਦੀ ਪ੍ਰਾਰੰਭਤਾ ਹੋਣ ਜਾ ਰਹੀ ਹੈ ਦੂਸਰੇ ਭਾਗ ਦੀ, ਉਹਨੂੰ ਵੀ ਆਪਾਂ ਉਸੇ ਪਿਆਰ ਸਤਿਕਾਰ ਦੇ ਨਾਲ ਵਿਚਾਰਨਾ ਕਰੀਏ। ਆਓ ਭਾਈ ਸਾਹਿਬ ਜੀ ਦੂਸਰੇ ਭਾਗ ਦੀ ਪ੍ਰਾਰੰਭਤਾ ਕਰ ਰਹੇ ਨੇ ਔਰ ਸ਼ੁਰੂ ਵਿੱਚ ਉਹਨਾਂ ਨੇ ਦੋਹਰਾ ਲਿਖਿਆ ਹੈ। ਗੁਰੂ ਸਾਹਿਬਾਨਾਂ ਦੀ ਉਸਤਤ ਦੇ ਵਿੱਚ ਵਿਸ਼ੇਸ਼ ਕਰਕੇ 10ਵੇਂ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਉਹਨਾਂ ਨੇ ਬਹੁਤ ਸੋਹਣਾ ਦੋਹਰਾ ਲਿਖਿਆ। ਉਪਰੰਤ ਅਧਿਆਏ ਦੀ ਇਸ ਇਤਿਹਾਸ ਦੀ ਪ੍ਰਾਰੰਭਤਾ ਕਰਨਗੇ। ਆਓ ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਬੜੇ ਪਿਆਰ ਨਾਲ ਸਤਿਕਾਰ ਨਾਲ ਗੁਰੂ ਬਖਸ਼ੀ ਮਿੱਠੀ ਅਸੀਸ ਫਤਿਹ ਦੀ ਸਾਂਝ ਪਾਓ। ਸਾਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੈ ਦਸਾਹੇ ਕੀ ਕਥਾ ਪੁਰੈ ਸੋ ਪੂਰ ਬਾਰ ਦੈ ਬਿਖੈ, ਕਥਨ ਕੀਨ ਮੈਂ ਮਥਨ ਗ੍ਰੰਥ ਆਣ ਕੈ। ਗਿਆਨੀ ਗਿਆਨ ਸਿੰਘ ਜੀ ਅਗਲਾ ਭਾਗ ਸ਼ੁਰੂ ਕਰਨ ਤੋਂ ਪਹਿਲਾਂ ਖਾਲਸੇ ਦਾ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਜਿਹੜਾ ਗੁਰੂ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਲਿਖ ਰਹੇ ਨੇ, ਕਹਿੰਦੇ ਗੁਰੈ ਦਸਾਹੇ ਕੀ ਕਥਾ, 10 ਹੀ ਗੁਰੂ ਸਾਹਿਬਾਨਾਂ ਦੀ ਕਥਾ ਪੁਰੈ ਸੋ ਪੂਰਬਾਰ ਦਾ ਵਿਖੈ। ਇਹ ਗ੍ਰੰਥ ਦਾ ਜਿਹੜਾ ਪੂਰਬਾਰਧ ਭਾਗ ਸੀਗਾ, ਪਹਿਲਾ ਭਾਗ ਸੀ ਜਿਹੜਾ ਉਹਦੇ ਵਿੱਚ ਮੈਂ ਜ਼ਿਕਰ ਕੀਤਾ। ਅਨੇਕਾਂ ਗ੍ਰੰਥਾਂ ਨੂੰ ਵਿਚਾਰ ਕੇ ਤੇ ਮੈਂ ਉਹਦੇ ਵਿੱਚ ਕੋਸ਼ਿਸ਼ ਕੀਤੀ ਹੈ। ਗਿਆਨੀ ਜੀ ਕਹਿੰਦੇ ਥਨ ਕੀਨ ਮੈਂ ਨੰਥ ਗ੍ਰੰਥ ਮਾਨ ਆਨ ਕੈ, ਤਮਾਮ ਤਰ੍ਹਾਂ ਦੇ ਗ੍ਰੰਥਾਂ ਨੂੰ ਵਿਚਾਰ ਕੇ ਮੈਂ ਪੂਰਬਾਰਧ ਭਾਗ ਵਿੱਚ 10 ਪਾਤਸ਼ਾਹੀਆਂ ਦੇ ਇਤਿਹਾਸ ਨੂੰ ਜਿਹੜਾ
ਆਪ ਜੀ ਦੇ ਸਾਹਮਣੇ ਰੱਖਿਆ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਸੰਖੇਪ ਵਿੱਚ ਲਿਖਿਆ ਹੈ। ਆਬੈ ਸੋ ਉਤਰਾਦ ਵਿਖੈ ਚਰਿਤਰ ਪੰਥ ਕੇ ਬਚਿੱਤਰ ਜਿਪ ਤਰਿਅਤ ਚਾਹੇ ਹੋਂ ਬਖਾਣ ਕੈ। ਹੁਣ ਕਹਿੰਦੇ ਇਸ ਭਾਗ ਦੇ ਵਿੱਚ, ਇਸ ਦੂਸਰੇ ਭਾਗ ਦੇ ਵਿੱਚ ਮੈਂ ਗੁਰੂ ਸਾਹਿਬ ਜੀ ਦੇ ਉਸ ਖਾਲਸਾ ਪੰਥ ਦੇ ਅਨੋਖੇ ਤੇ ਪਵਿੱਤਰ ਕੌਤਕ ਇੱਥੇ ਵਰਣਨ ਕਰਨਾ ਚਾਹੁੰਦਾ। ਗੁਰੂ ਸਾਹਿਬ ਜੀ ਦੇ ਕੌਤਕ ਆਪਾਂ ਵੇਖੇ ਨੇ, ਮਹਾਰਾਜ ਦਾ ਇਤਿਹਾਸ ਵਾਚ ਲਿਆ, ਵਿਚਾਰ ਲਿਆ। ਹੁਣ ਗੁਰੂ ਸਾਹਿਬ ਜੀ ਦਾ ਜਿਹੜਾ ਪੰਥ ਸੀਗਾ, ਇਸ ਅਧਿਆਏ ਦੇ ਵਿੱਚ ਕਹਿੰਦੇ ਮੈਂ ਉਸ ਪੰਥ ਦਾ ਚਰਿੱਤਰ, ਉਸ ਪੰਥ ਦੇ ਕੌਤਕ ਵਿਚਿੱਤਰ ਜੇ ਪਵਿੱਤਰ ਅਤਰ ਚਾਹੈ ਹੋਂ ਬਖਾਨ ਕੈ, ਮੈਂ ਉਹ ਬਿਆਨ ਕਰਨੇ ਚਾਹੁੰਦਾ ਹਾਂ। ਸਨੇਹੋ ਪੰਥ ਖਾਲਸਾ ਨਿਰਾਲਸਾ ਕਮਾਲਸਾ ਦਿਆਲਸਾ ਵਿਸਾਲਸਾ ਥਵੇਹੋ ਦਾਸ ਜਾਣ ਕੈ। ਔਰ ਗਿਆਨੀ ਗਿਆਨ ਸਿੰਘ ਜੀ ਉਸ ਤੋਂ ਪਹਿਲਾਂ ਇਹ ਕਹਿ ਰਹੇ ਨੇ, ਕਹਿੰਦੇ ਹੇ ਖਾਲਸਾ ਪੰਥ, ਤੁਹਾਨੂੰ ਸਾਰਿਆਂ ਨੂੰ, ਸਮੁੱਚੇ ਖਾਲਸਾ ਪੰਥ ਨੂੰ ਸੰਬੋਧਨ ਹੋ ਕੇ, ਹੇ ਗੁਰੂ ਕੀ ਸੰਗਤ, ਹੇ ਗੁਰੂ ਕੇ ਖਾਲਸਾ ਪੰਥ ਜੀਓ, ਬਹੁਤ ਸਾਵਧਾਨ ਹੋ ਕੇ ਸੁਣਨਾ। ਮੈਨੂੰ ਆਪਣਾ ਦਾਸ ਜਾਣ ਕੇ ਮੇਰੇ ਤੇ ਬਹੁਤ ਦਇਆਲਤਾ ਕਰਨੀ। ਗਿਆਨੀ ਜੀ ਖਾਲਸੇ ਪੰਥ ਦੀ ਅਸੀਸ ਲੈ ਰਹੇ ਨੇ, ਇੱਕ ਤਰ੍ਹਾਂ ਦੀ ਸੰਗਤ ਦੀ ਅਸੀਸ ਲੈ ਰਹੇ ਨੇ। ਤੁਹਾਡਾ ਸਾਥ ਚਾਹੀਦਾ, ਤੁਹਾਡਾ ਪ੍ਰੇਮ ਚਾਹੀਦਾ, ਤੁਸੀਂ ਸਾਵਧਾਨ ਹੋ ਕੇ ਸੁਣਨਾ ਔਰ ਮੇਰੇ ਤੇ ਦਇਆ ਕਰਨੀ ਜੀ। ਲਖੈ ਹੋ ਦਾਸ ਬਾਲਸਾ ਤੁਮੈ ਸੰਦੇਹੋ ਪਾਲਸਾ, ਜਤੇ ਹੋ ਦੋ ਸੰਭਾਲਸਾ ਨਾ ਖਿਆਲਸਾ ਕਿਸ਼ਾਨ ਕੈ। ਕਹਿੰਦੇ ਮੈਂ ਤੁਹਾਡਾ ਪਾਲਕ ਅਖਵਾਉਂਦਾ ਹਾਂ ਤੇ ਮੇਰੇ ਬਹੁਤ ਦੋਸ਼ਾਂ ਸਹਿਤ ਹਾਂ, ਕੁਝ ਹੋਰ ਖਿਆਲ ਨਾ ਕਰਦੇ ਹੋਏ ਮੈਨੂੰ ਆਪਣੇ ਬੱਚਿਆਂ ਵਰਗਾ ਸਮਝਣਾ। ਦੇਖੋ ਕੱਲ ਵੀ ਮੈਂ ਅਰਜ਼ ਕੀਤੀ ਸੀ, ਗਿਆਨੀ ਜੀ ਨੇ ਇਹ ਕਥਾ ਸ਼ੁਰੂ ਕਰਨ ਤੋਂ ਪਹਿਲਾਂ, ਇਹ ਭਾਗ ਸ਼ੁਰੂ ਕਰਨ ਤੋਂ ਪਹਿਲਾਂ, ਖਾਲਸੇ ਦਾ ਇਤਿਹਾਸ ਲਿਖਣ ਤੋਂ ਪਹਿਲਾਂ ਬੜੀ ਨਿਮਰਤਾ ਵਿੱਚ, ਬੜੇ ਨਿਮਾਣੇ ਹੋ ਕੇ ਪੰਥ ਦੇ ਸਨਮੁਖ ਬੇਨਤੀ ਕੀਤੀ, ਆਏ ਖਾਲਸਾ ਪੰਥ, ਤੁਸੀਂ ਸਾਵਧਾਨ ਹੋ ਕੇ ਇਤਿਹਾਸ ਸੁਣਨਾ। ਪਰ ਜੇ ਕਿਤੇ ਕਥਾ ਦੇ ਵਿੱਚ ਕੋਈ ਬਾਤ ਘਾਟ ਆਈ, ਕਿਤੇ ਕੋਈ ਤੁਹਾਨੂੰ ਦੋਸ਼ ਲੱਗਿਆ, ਕਿਤੇ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਲੱਗੀ ਵੀ ਜਿਹੜੀ ਸਿਧਾਂਤ ਦੇ ਮੁਤਾਬਕ ਸਹੀ ਨਾ ਹੋਵੇ, ਕਹਿੰਦੇ ਉਹ ਸਾਰਾ ਖਿਆਲ ਕਰਕੇ ਮੈਨੂੰ ਆਪਣਾ ਬੱਚਾ ਸਮਝ ਕੇ ਮਾਫ ਕਰ ਦੇਣਾ। ਦੇਖੋ ਮੈਨੂੰ ਆਪਣੇ ਬਾਲਕਾਂ ਵਰਗਾ ਜਾਣਨਾ। ਬਾਲਕਾਂ ਤੋਂ ਗਲਤੀਆਂ ਹੋ ਜਾਂਦੀਆਂ ਨੇ, ਮਾਂ ਵੀ ਮਾਫ ਕਰ ਦਿੰਦੀ ਹੈ, ਪਿਤਾ ਵੀ ਮਾਫ ਕਰ ਦਿੰਦਾ, ਪਰ ਇਸੇ ਤਰ੍ਹਾਂ ਖਾਲਸਾ ਪੰਥ ਜੀਓ, ਮੈਂ ਵੀ ਤੁਹਾਡਾ ਇੱਕ ਛੋਟਾ ਜਿਹਾ ਬੱਚਾ ਹੈਗਾ। ਮੈਂ ਖਾਲਸੇ ਦਾ ਇਤਿਹਾਸ ਲਿਖਣ ਲੱਗਿਆ। ਹੁਣ ਕੋਈ ਗੁੰਜਾਇਸ਼ ਰਹੇਗੀ? ਕੋਸ਼ਿਸ਼ ਕੀਤੀ ਹੈ, ਮੈਂ ਯਤਨ ਕੀਤਾ ਮਹਾਰਾਜ ਦੀ ਕਿਰਪਾ ਨਾਲ। ਹਾਂ, ਇਹ ਦੇ ਵਿੱਚ ਜੇ ਕਿਤੇ ਘਾਟ ਹੈ, ਉਹਨੂੰ ਮੇਰੀ ਘਾਟ ਜਾਣਨਾ, ਪੰਥ ਦੀ ਘਾਟ ਨਹੀਂ ਹੈ। ਉਹਦੇ ਵਿੱਚ ਮੇਰੀ ਕਮੀ ਹੋ ਸਕਦੀ ਹੈ ਤੇ ਮੇਰੀਆਂ ਕਮੀਆਂ ਮੇਰੀ ਝੋਲੀ ਚ ਪਾ ਦੇਣੀਆਂ, ਪਰ ਉਹ ਆਪਾਂ ਨੂੰ ਤਾਂ ਪਤਾ ਲੱਗੇਗਾ ਜੇ ਬਾਚਾਂਗੇ, ਜੇ ਵਿਚਾਰਾਂਗੇ ਤਾਂ ਹੀ ਪਤਾ ਲੱਗੇਗਾ। ਮੈਂ ਕੱਲ ਵੀ ਇਸ਼ਾਰਾ ਕੀਤਾ ਸੀ ਵੀ ਜੇ ਆਪਾਂ ਇਹਨਾਂ ਗ੍ਰੰਥਾਂ ਨੂੰ ਬੰਦ ਹੀ ਕਰਕੇ ਰੱਖ ਦੇਣਾ, ਵੀ ਜਿਨ੍ਹਾਂ ਦੀ ਕਥਾ ਹੀ ਬੰਦ ਕਰ ਦਿਓ, ਇਹਨਾਂ ਨੂੰ ਪੜ੍ਹਨਾ ਹੀ ਛੱਡ ਦਿਓ, ਇਹਨਾਂ ਨੂੰ ਵਾਚਣਾ ਹੀ ਛੱਡ ਦਿਓ, ਵਿਚਾਰਨਾ ਹੀ ਛੱਡ ਦਿਓ, ਇਹਨਾਂ 'ਚ ਤਾਂ ਮਿਲਾਵਟ ਹੈ, ਇਹਨਾਂ 'ਚ ਤਾਂ ਇਹ ਹੈ, ਫਿਰ ਆਪਾਂ ਨੂੰ ਪਤਾ ਕਿਵੇਂ ਲੱਗੇਗਾ ਵੀ ਕੀ ਮਿਲਾਵਟ ਹੈ, ਕੀ ਅਸਲੀਅਤ ਹੈ? ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ? ਵਾਚਣਾ ਜ਼ਰੂਰੀ ਹੈ, ਵਿਚਾਰਨਾ ਜ਼ਰੂਰੀ ਹੈ, ਇਹਨਾਂ ਦੀ ਕਥਾ ਜ਼ਰੂਰੀ ਹੈ। ਇਸੇ ਕਰਕੇ ਵਿਧਾਨ ਬਣਾਇਆ ਗਿਆ ਵੀ ਇਤਿਹਾਸਕ ਸਥਾਨਾਂ ਤੇ ਜਿੱਥੇ ਜਿੱਥੇ ਪ੍ਰਬੰਧ ਹੈ ਉੱਥੇ ਇਹਨਾਂ ਇਤਿਹਾਸਕ ਗ੍ਰੰਥਾਂ ਦੀ ਕਥਾ ਕੀਤੀ ਜਾਏ, ਤਾਂ ਕਿ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹਿਆ ਆਪਾਂ ਜਾਣਦੇ ਆ ਮੋਟਾ ਮੋਟਾ, ਪਰ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕੀ ਹੋਇਆ ਉਹ ਸਾਰਾ ਕੁਝ ਮੈਂ ਜ਼ਿਕਰ ਕਰਨ ਲੱਗਿਆ। ਪਰ ਜਿੱਥੇ ਕੋਈ ਘਾਟ ਹੋਵੇ ਮੇਰੀ ਸਮਝ ਕੇ ਮੇਰੀ ਝੋਲੀ ਚ ਪਾ ਦਿਓ, ਚੰਗੀ ਗੱਲ ਗੁਰੂ ਦੀ ਸਮਝ ਕੇ ਹਿਰਦੇ ਚ ਵਸਾ ਲਿਓ, ਪੰਥ ਦੀ ਸਮਝ ਕੇ ਹਿਰਦੇ ਚ ਵਸਾ ਲਿਓ। ਏਡੀ ਵੱਡੀ ਨਿਮਰਤਾ ਦੇ ਵਿੱਚ ਭਾਈ ਸਾਹਿਬ ਨੇ ਬੇਨਤੀ ਕਰਕੇ ਸਮੁੱਚੇ ਖਾਲਸਾ ਪੰਥ ਦੇ ਸਨਮੁਖ ਅੱਗੇ ਇਤਿਹਾਸ ਸ਼ੁਰੂ ਕੀਤਾ ਹੈ। ਚੌਪਈ ਸ੍ਰੀ ਗੁਰਦਾਸ ਕੀ ਗਾਥ ਮਹਾਈ, ਪੂਰਬ ਭਾਰਤ ਮੈਂ ਪੂਰਬ ਗਾਈ। ਗਿਆਨੀ ਜੀ ਕਹਿੰਦੇ, ਭਾਈ ਸੰਤੋਖ ਸਿੰਘ ਕਹਿੰਦੇ, ਐ ਗੁਰੂ ਕੀ ਸੰਗਤ 10 ਗੁਰੂ ਸਾਹਿਬਾਨਾਂ ਦੀ ਕਥਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਉਹ ਸਾਰੀ ਕਥਾ ਮੈਂ ਇਸ ਗ੍ਰੰਥ ਦੇ ਪਹਿਲੇ ਭਾਗ ਦੇ ਵਿੱਚ
ਜਾਣੀ ਕਿ ਇਸ ਗ੍ਰੰਥ ਦੇ ਜਿਹੜਾ ਪੂਰਬਾਰਧ ਭਾਗ ਹੈ ਉਹਦੇ ਵਿੱਚ ਮੈਂ ਜ਼ਿਕਰ ਕੀਤਾ ਹੈ, ਲਿਖੀ ਹੈ, ਜਿਹੜੀ ਆਪਾਂ ਨੇ ਵਿਚਾਰੀ ਹੈਗੀ ਹੈ। ਗੁਰੂ ਪ੍ਰਤਾਪ ਸੂਰਜੈ ਕੇਰੋ, ਕੀਨ ਸੰਖੇਪ ਕਥਾ ਪਲ ਹੇਰੋ। ਦੇਖੋ ਤੁਹਾਡੇ ਚੋਂ ਬਹੁਤ ਸਾਰੇ ਉਹ ਗੁਰਮੁਖ ਨੇ ਜਿਨ੍ਹਾਂ ਨੇ ਕਈ ਵਾਰੇ ਕਥਾ ਸੁਣੀ ਹੋਈ ਹੈ, ਉਹ ਵੀ ਨੇ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਸੁਣੀ ਹੈ। ਬੜਾ ਵੱਡਾ ਗ੍ਰੰਥ ਹੈ, ਪੰਥ ਦੇ ਕੋਲ ਬਹੁਤ ਵੱਡੇ ਆਕਾਰ ਦਾ ਗ੍ਰੰਥ ਹੈ ਉਹ। ਤੇ ਗਿਆਨੀ ਜੀ ਕਹਿੰਦੇ ਉਹ ਗ੍ਰੰਥ ਗੁਰ ਪ੍ਰਤਾਪ ਸੂਰਜੈ ਕੇਰੋਂ, ਉਸ ਗ੍ਰੰਥ ਨੂੰ ਮੈਂ ਸੰਖੇਪ ਕਰਕੇ ਲਿਖਿਆ। ਇਸ ਕਰਕੇ ਕਈ ਗੱਲਾਂ ਰਹਿ ਜਾਂਦੀਆਂ ਨੇ, ਇਸ ਕਰਕੇ ਕਈ ਗੱਲਾਂ ਛੱਡੀਆਂ ਗਈਆਂ ਜਾਂ ਰਹਿ ਗਈਆਂ, ਉਸ ਦਾ ਸੰਖੇਪ ਕਰਕੇ ਮੈਂ ਲਿਖਿਆ। ਜੀ ਬਹੁ ਦਿਨ ਤੇ ਗੁਰ ਸਿੱਖ ਬਦੇਰੇ, ਕਹਤੇ ਰਹਤੇ ਥੇ ਅਮਟੇਰੇ। ਹੁਣ ਸਵਾਲ ਹੈ ਵੀ ਗਿਆਨੀ ਜੀ ਤੁਸੀਂ ਸੰਖੇਪ ਕਰਕੇ ਕਿਉਂ ਲਿਖਿਆ? ਜੇ ਭਾਈ ਸੰਤੋਖ ਸਿੰਘ ਨੇ ਡਿਟੇਲ ਚ, ਵਿਸਥਾਰ ਚ, ਪੂਰਾ ਲੈਂਥੀ ਲਿਖਿਆ ਤੇ ਤੁਹਾਨੂੰ ਕੀ ਲੋੜ ਪੈ ਗਈ ਛੋਟਾ ਕਰਕੇ ਲਿਖਣ ਦੀ? ਜ਼ਿਕਰ ਕਰਦੇ ਹਨ। ਗੁਰ ਪ੍ਰਤਾਪ ਸੂਰਜ ਹੈ ਜੋਈ, ਅਤ ਵਿਸਥਾਰ ਕਥਾ ਬੋ ਸੋਈ। ਕਹਿੰਦੇ ਮੈਨੂੰ ਕਈ ਵਾਰ ਗੁਰਮੁਖੇ ਕਹਿੰਦੇ ਸੀ, ਗੁਰਮੁਖ ਪਿਆਰੇ ਕਹਿੰਦੇ ਸੀ ਵੀ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਹੈ ਬਹੁਤ ਵੱਡਾ ਹੈ, ਬੜਾ ਵਿਸ਼ਾਲ ਹੈ, ਕਈ ਸਾਲ ਲੱਗ ਜਾਂਦੇ ਨੇ ਉਹਦੀ ਕਥਾ ਨੂੰ, 10 ਸਾਲਾਂ ਤੋਂ ਉੱਪਰ ਸਮਾਂ ਲੱਗਦਾ ਉਹਦੀ ਕਥਾ ਨੂੰ। ਤੇ ਇਸ ਕਰਕੇ ਮੈਨੂੰ ਕਈ ਵਾਰੀ ਉਹ ਕਹਿੰਦੇ ਸੀ, ਕਹਤੇ ਰਹਤੇ ਥੇ ਇਮਟੇਰੇ, ਗੁਰ ਪ੍ਰਤਾਪ ਸੂਰਜ ਹੈ ਜੋਈ, ਅਤ ਵਿਸਥਾਰ ਕਥਾ ਬੋ ਸੋਈ। ਵੀ ਬਹੁਤੇ ਵਿਸਥਾਰ ਵਿੱਚ ਹੈ, ਬਹੁਤ ਜਿਹੜਾ ਸੀ ਇਉਂ ਕਹਿ ਲਓ ਵੀ ਲੰਮੀ ਕਰਕੇ ਲਿਖੀ ਗਈ ਹੈ। ਚਾਰ ਗ੍ਰੰਥ ਸਾਹਿਬ ਜੇਤਾ, ਹੈ ਨਾਨਕ ਪ੍ਰਕਾਸ਼ ਸਮੇਤਾ। ਔਰ ਉਹ ਜਿਹੜਾ ਸੀ ਚਾਰ ਗ੍ਰੰਥ ਸਾਹਿਬੋ ਜੇਤਾ, ਇਹਦੇ ਚਾਰ ਗ੍ਰੰਥਾਂ ਜਿੱਡਾ ਤਾਂ ਕੱਲਾ ਨਾਨਕ ਪ੍ਰਕਾਸ਼ ਹੀ ਹੈ। ਕੱਲੇ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਕਥਾ ਮੈਨੂੰ ਲੱਗਦਾ 2-3 ਸਾਲ ਚੱਲ ਜਾਂਦੀ ਹੈ। ਇਸ ਕਰਕੇ ਬਹੁਤ ਵਿਸਥਾਰ ਦੇ ਵਿੱਚ ਹੈਗੀ ਹੈ। ਕਾਰਬਾਰ ਦੁਨੀਆ ਕੇ ਮਾਹੀ, ਏਤਕ ਪੜਨੋ ਮੁਸ਼ਕਲ ਆਹੀ। ਤੇ ਇੱਥੇ ਰਜ਼ੇਵੇਂ ਨੇ, ਕੰਮਕਾਰ ਨੇ, ਜ਼ਿੰਦਗੀ ਬਿਜ਼ੀ ਹੈ, ਲਾਈਫ ਬਿਜ਼ੀ ਹੈ, ਤੇ ਇਸ ਕਰਕੇ ਏਡੇ ਵੱਡੇ ਗ੍ਰੰਥ ਨੂੰ ਪੜ੍ਹਨਾ ਵੀ ਮੁਸ਼ਕਲ ਹੈ, ਉਹਨੂੰ ਸੁਣਨਾ ਵੀ ਮੁਸ਼ਕਲ ਹੈ। ਮੈਂ ਪਿਛਲੇ ਸਮੇਂ 'ਚ ਐਸਾ ਮਹਿਸੂਸ ਕੀਤਾ ਹੈ, ਜਦੋਂ ਆਪਾਂ ਇੱਥੋਂ ਰੂਟੀਨ 'ਚ ਕਥਾ ਕਰਦੇ ਨੇ, ਕਈ ਵਾਰੀ ਸੰਗਤਾਂ ਬਾਹਰੋਂ ਆਉਂਦੀਆਂ ਨੇ, ਸ਼ੀਸ਼ਾ ਵੇਖਣ ਆਉਂਦੀਆਂ ਨੇ, ਕਈ ਉਂਝ ਆਉਂਦੀਆਂ ਨੇ, ਤੇ ਉਹਨਾਂ ਨੇ 2-3 ਦਿਨ ਰੁਕ ਜਾਣਾ, ਪ੍ਰਸੰਗ ਸੁਣਨਾ, ਦੂਜੇ ਦਿਨ ਚਲੋ ਫਿਰ ਰੁਕ ਜਾਣਾ, ਤੀਜੇ ਦਿਨ ਮੈਨੂੰ ਬਹੁਤ ਸਾਰੀਆਂ ਸੰਗਤਾਂ ਕਹਿੰਦੇ ਗਿਆਨੀ ਜੀ ਅਸੀਂ 2 ਦਿਨ ਰੁਕ ਗਏ, 1 ਦਿਨ ਹੋਰ ਰੁਕ ਗਏ, ਬਈ ਅੱਜ ਵੀ ਇਹ ਖੇਡ ਬਣੂਗੀ, ਅੱਜ ਵੀ ਸੁਣ ਕੇ ਜਾਵਾਂਗੇ, ਪਰ ਸਾਨੂੰ ਤੇ ਆਏ ਆ ਵੀ ਹੁਣ ਰੁਕੇ ਰਹੀਏ ਇੱਥੇ, ਹੁਣ ਕਦੋਂ ਇਹ ਗੱਲ ਸਿਰੇ ਲੱਗੇਗੀ। ਮੈਂ ਕਹਿੰਦਾ ਸੀ ਵੀ ਭਾਈ ਇਹ ਤਾਂ ਸਾਡਾ ਟਾਈਮ ਇੱਕ ਵਿਧਾਨ ਹੈ, ਉਹਨੇ ਟਾਈਮ 'ਚ ਕਥਾ ਕਰਨੇ ਆ, ਕੋਸ਼ਿਸ਼ ਕਰੀਦੀ ਹੈ ਬਿਨਾਂ ਰੁਕੇ, ਬਿਨਾਂ ਕੋਈ ਗੱਲ ਕੀਤੇ ਇਤਿਹਾਸ ਚਲੰਤ ਰਹਿੰਦਾ ਹੈ। ਪਰ ਉਸ ਹਿਸਾਬ ਨਾਲ ਮੈਨੂੰ ਇੱਕ ਦਿਨ ਇੱਥੇ ਹੋਰ ਸੱਜਣ ਆਏ ਹੋਏ ਸੀ, ਬੜੇ ਸਿਆਣੇ ਸੀ, ਪੜ੍ਹੇ ਲਿਖੇ ਸੀਗੇ, ਮੈਨੂੰ ਕਹਿੰਦੇ ਗਿਆਨੀ ਜੀ 6ਵੇਂ ਪਾਤਸ਼ਾਹ ਦੀ ਕਥਾ ਚੱਲਦੀ ਸੀ ਉਦੋਂ, ਜਦੋਂ ਭਾਈ ਵਿਧੀ ਚੰਦ ਘੋੜੇ ਲੈ ਕੇ ਆਉਂਦਾ, ਮੈਨੂੰ ਉਹ ਇੱਕ ਦਿਨ ਕਹਿਣ ਲੱਗੇ, ਕਹਿੰਦੇ ਮੈਨੂੰ ਨਾ 15, 16, 17 ਦਿਨ ਹੋ ਗਏ, ਕਹਿੰਦੇ ਮੈਂ ਵੇਖਦਾ ਅੱਜ ਵੀ ਘੋੜਾ ਖੁੱਲਿਆ, ਅੱਜ ਵੀ ਘੋੜਾ ਖੁੱਲਿਆ, ਕਹਿੰਦਾ ਜੀ ਘੋੜੇ ਨਹੀਂ ਖੋਲਦੇ। ਮੈਂ ਕਿਹਾ ਮੈਂ ਨਹੀਂ ਖੋਲਣੇ, ਮੈਂ ਤਾਂ ਸੁਣਾਉਣਾ ਵੀ ਖੋਲੇ ਕਿਵੇਂ ਸੀ। ਹੁਣ ਉਹ ਘੋੜੇ ਖੋਲਣੇ ਕਿਤੇ ਆਸਾਨ ਨਹੀਂ ਹੈ। ਕਿਵੇਂ ਭਾਈ ਵਿਧੀ ਚੰਦ ਨੇ ਰੂਪ ਬਣਾਇਆ, ਕਿਹੜੇ ਭੇਸ ਬਦਲੇ, ਕਿਵੇਂ ਗਏ, ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਗੁਰੂ ਦੀ ਕਿਰਪਾ ਦੇ ਨਾਲ ਘੋੜੇ ਕਿਵੇਂ ਖੁੱਲੇ, ਕਿਵੇਂ ਇੱਥੇ ਆਏ, ਬਈ ਟਾਈਮ ਤੇ ਲੱਗੇਗਾ। ਹੁਣ ਭਾਈ ਸਾਹਿਬ ਜੀ ਦਾ ਆਪਣਾ ਢੰਗ ਹੈ ਲਿਖਣ ਦਾ, ਜਿਵੇਂ ਇੱਕ ਫਿਲਮ ਹੁੰਦੀ ਹੈ ਉਸੇ ਤਰ੍ਹਾਂ ਇੱਕ ਪਾਸੇ ਭਾਈ ਸਾਹਿਬ ਨੂੰ ਘੋੜੇ ਖੋਲਦੇ ਦਿਖਾਉਂਦੇ ਨੇ, ਦੂਸਰੇ ਪਾਸੇ ਗੁਰੂ ਸਾਹਿਬ ਜੀ ਕੀ ਸੋਚਦੇ ਨੇ ਉਹ ਦਿਖਾ ਦਿੰਦੇ ਨੇ, ਤੀਸਰੇ ਪਾਸੇ ਬਾਦਸ਼ਾਹ ਦੇ ਕਿੰਨੇ ਪ੍ਰਬੰਧ ਨੇ ਉਹ, ਚਾਰੇ ਪੰਜਾਂ ਗੱਲਾਂ ਇਕੱਠੀਆਂ ਚੱਲਦੀਆਂ ਨੇ, ਫਿਰ ਟਾਈਮ ਤੇ ਲੱਗੇ ਗਈ। ਮੈਨੂੰ ਕਹਿੰਦਾ ਜੀ ਬਹੁਤਾ ਵਿਸਥਾਰ 'ਚ ਜਾਣਦੇ ਹੋ। ਮੈਂ ਕਿਹਾ ਮੈਂ ਨਹੀਂ ਵਿਸਥਾਰ 'ਚ, ਇਹ ਤਾਂ ਲੰਮਾ 10,000 ਪੰਨੇ ਦਾ ਗ੍ਰੰਥ ਸੀ, ਤੇ ਇਹ ਤੇ ਉਹਨਾਂ ਨੂੰ ਸਲੂਟ ਕਰਨਾ ਚਾਹੀਦਾ ਹੈ। ਭਾਈ ਸਾਹਿਬ ਨੇ ਬਹੁਤ ਵਿਸਥਾਰ 'ਚ ਲਿਖਿਆ। ਤੇ ਇਸੇ ਤਰ੍ਹਾਂ ਇੱਕ ਦਿਨ ਦੇ ਸੱਜਣ ਮੈਨੂੰ ਕਹਿਣ ਲੱਗੇ, ਕਹਿੰਦੇ ਜੀ ਜਦੋਂ ਸੁਣ ਲੱਗਦੇ ਆ ਬੜਾ ਆਨੰਦ ਵੱਜਦਾ, ਉਹਨੇ ਨੂੰ ਤੁਸੀਂ ਫਤਿਹ ਬੁਲਾ ਦਿੰਦੇ ਹੋ, 1.5-2 ਘੰਟੇ ਦੀ ਕਥਾ ਕਰੋ। ਮੈਂ ਕਿਹਾ ਵੀ ਐ ਨਹੀਂ ਹੋਇਆ ਕਰਦਾ, ਵਿਧਾਨ ਹੁੰਦਾ ਹੈਗਾ, ਇਹ ਅਸਥਾਨਾਂ ਦੀ ਮਰਿਆਦਾ ਹੈ, ਤੇ ਤੁਸੀਂ ਤੇ ਚਲੋ 1-2 ਦਿਨ ਆਉਣਾ ਇੱਥੇ, ਤੇ ਸਾਲਾਂ ਬੱਧੀ ਸਮਾਂ ਚੱਲੀ ਜਾਣਾ ਇਸੇ ਤਰ੍ਹਾਂ। ਫਿਰ ਇੰਨਾ ਟਾਈਮ ਅੱਧਾ-ਪੌਣਾ ਘੰਟਾ ਕਾਫੀ ਹੈ ਜੇ ਇੰਨਾ ਕਿ ਕੱਢ ਲਿਆ ਜਾਏ। ਜੇ ਇੰਨਾ ਕਿ ਆਪਾਂ ਤੁਸੀਂ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਆਉਂਦੇ ਹੋ, ਕੋਈ ਦੁਕਾਨ ਤੋਂ ਆਉਂਦਾ, ਕੋਈ ਘਰੋਂ ਆਉਂਦਾ, ਕਿਸੇ ਨੇ ਜਾ ਕੇ ਮੱਝਾਂ ਸਾਂਭਣੀਆਂ ਨੇ, ਕੋਈ ਸਾਂਭ ਕੇ ਆਉਂਦਾ, ਬਈ ਇੰਨਾ ਟਾਈਮ ਬਹੁਤ ਹੈ।
ਤੇ ਫਿਰ ਬੈਠਣਾ ਵੀ ਔਖਾ। 2-2 ਘੰਟੇ ਆਨੰਦ ਆਉਂਦਾ ਹੈ, ਰੋਜ਼ ਲਿਆ ਕਰੋ। ਕਹਿਣ ਤੋਂ ਭਾਵ ਇਸ ਕਰਕੇ ਗਿਆਨੀ ਜੀ ਕਹਿੰਦੇ ਜਿਹੜਾ ਭਾਈ ਸੰਤੋਖ ਸਿੰਘ ਨੇ ਗ੍ਰੰਥ ਲਿਖਿਆ ਨਾ ਸੂਰਜ ਪ੍ਰਕਾਸ਼, ਉਹ ਬਹੁਤ ਲੰਮਾ ਸੀ, ਉਹਦੇ ਪੜਨ ਨੂੰ ਵੀ ਟਾਈਮ ਲੱਗਦਾ, ਉਹਨੂੰ ਸੁਣਦਿਆਂ ਵੀ ਟਾਈਮ ਲੱਗਦਾ। ਇਸ ਗ੍ਰੰਥ ਦੇ ਵਿੱਚ ਮੈਂ ਸੰਖੇਪ ਕਰਕੇ ਲਿਖਿਆ, ਤੁਸੀਂ ਸੁਣਿਆ ਹੀ ਹੈ ਵੀ ਵੱਡੀਆਂ ਘਟਨਾਵਾਂ ਜਿਹੜੀਆਂ ਉਹਦੇ ਚ ਹਫ਼ਤਾ ਚੱਲਦੀਆਂ ਨੇ, ਇਹਦੇ ਚ 15 ਮਿੰਟਾਂ ਚ ਗੱਲ ਭਾਈ ਸਾਹਿਬ ਸਮਾਪਤ ਕਰ ਜਾਂਦੇ ਨੇ। ਇਸ ਕਰਕੇ ਕਹਿੰਦੇ ਮੈਂ ਉਹ 10 ਪਾਤਸ਼ਾਹਾਂ ਦਾ ਜਿਹੜਾ ਇਤਿਹਾਸ ਹੈ ਉਹਨੂੰ ਸੰਖੇਪ ਕਰਕੇ ਲਿਖਿਆ, ਕਿਉਂਕਿ ਮੈਨੂੰ ਕਈ ਵਾਰ ਗੁਰਮੁਖ ਕਹਿੰਦੇ ਸੀ ਵੀ ਪੜਨ ਨੂੰ ਤੇ ਜੀ ਕਰਦਾ ਪਰ ਇਹਨਾਂ ਟਾਈਮ ਨਹੀਂ ਹੈਗਾ, ਸਾਲਾਂ ਬੱਧੀ ਸਮਾਂ ਲੱਗ ਜਾਂਦਾ ਹੈ। ਗਾਥ ਗੁਰਾਂ ਕੀ ਸਭ ਜੈ ਦੇਖਿਓ, ਮਨ ਮੈਂ ਰਹਿਤ ਪ੍ਰੇਮ ਬਸੇਖਿਓ। ਕਹਿੰਦੇ ਗਾਥ ਗੁਰਾਂ ਕੀ, ਸਾਰੇ ਇਹ ਚਾਹੁੰਦੇ ਤਾਂ ਹੈਗੇ ਨੇ ਵੀ ਗੁਰੂਆਂ ਦੀਆਂ ਕਥਾਵਾਂ ਸੁਣੀਏ, ਗੁਰੂਆਂ ਦਾ ਇਤਿਹਾਸ ਸੁਣੀਏ, ਸਾਰੇ ਅੰਦਰ ਪ੍ਰੇਮ ਤਾਂ ਹੈਗਾ, ਚਾਹ ਹੈਗਾ ਜੀ। ਪਰ ਕੰਮਣ ਤੈ ਫੁਰਸਤ ਥੋਰੀ, ਮਿਲ ਹੈ ਪੜਿਓ ਨਾ ਜਾਤ ਬਹੋਰੀ। ਪਰ ਭਾਈ ਸਾਹਿਬ ਕਹਿੰਦੇ ਕੰਮਣ ਤੈ, ਕੰਮਾਂ ਤੋਂ ਬੇਲ ਕਿਹਨੂੰ ਹੈ, ਕਿਹਦੇ ਕੋਲ ਇੰਨਾ ਟਾਈਮ ਹੈ। ਅੱਜ ਦੀ ਬਿਜੀ ਤੇ ਜਿਹੜੀ ਲਾਈਫ ਹੈ ਬੜੀ ਬਿਜੀ ਹੋ ਗਈ ਹੈ, ਬਹੁਤ ਰੁਝੇਵੇਂ ਨੇ, ਤੇ ਇਸ ਕਰਕੇ ਕਹਿੰਦੇ ਕੰਮਾਂ ਦੇ ਵਿੱਚੋਂ ਫੁਰਸਤ ਨਹੀਂ ਇਤਨੀ ਮਿਲਦੀ, ਵੇਲ ਨਹੀਂ ਮਿਲਦੀ। ਮਿਲ ਹੈ ਪੜਿਓ ਨਾ ਜਾਤ ਬਹੋਰੀ, ਤੇ ਇਤਨਾ ਟਾਈਮ ਕਿਹਦੇ ਪਾਸ ਹੈ, ਵਕਤ ਨਹੀਂ ਹੈ। ਇਸ ਕਰਕੇ ਉਹ ਗ੍ਰੰਥ ਨੂੰ ਪੜਨ ਲਈ ਸਮਾਂ ਚਾਹੀਦਾ ਹੈ। ਬਿਨਾ ਸਮਗਰ ਪੜੇ ਗੁਰ ਗਾਥਾ, ਕਰ ਕੰਕਣ ਜੋ ਆਏ ਨ ਹਾਥਾ। ਕਹਿੰਦੇ ਫਿਰ ਜੇ ਵਿੱਚੋਂ ਪੜਦੇ ਆ ਫਿਰ ਉਂਝ ਨਹੀਂ ਸਮਝ ਆਉਂਦੀ, ਲੜੀਵਾਰ ਸਾਰਾ ਸੁਣਨ ਨੂੰ ਪੜਨ ਨੂੰ ਵੀ ਜੀ ਕਰਦਾ ਹੈ। ਤਾਤੇ ਜੇ ਛੰਛੇਪ ਹੋਇ ਜਹ, ਕਾਰ ਬਾਰ ਮੈਂ ਪੀ ਪੜ ਲੈ ਹੈ। ਇਸ ਕਰਕੇ ਕਹਿੰਦੇ ਮੈਂ ਇਸ ਕਥਾ ਨੂੰ ਸੰਖੇਪ ਕੀਤਾ ਵੀ ਕੰਮਾਂ ਕਾਰਾਂ ਵਾਲੇ ਵੀ ਪੜ ਲੈਣਗੇ, ਕੰਮਾਂ ਕਾਰਾਂ ਵਾਲੇ ਵੀ ਸੁਣ ਲੈਣਗੇ। ਗ੍ਰੰਥ ਬਹੁਤ ਸੰਖੇਪ ਦੇ ਵਿੱਚ ਹੈ, ਬਹੁਤ ਛੋਟੇ ਆਕਾਰ ਦਾ ਲਿਖਿਆ ਹੈ। ਤੁਮ ਉਪਕਾਰੀ ਸੰਤ ਦਿਆਲੂ, ਕੀਜੈ ਉਪਕਾਰ ਵਿਸਾਲੂ। ਮੈਨੂੰ ਕਹਿੰਦੇ ਸੀਗੇ ਗੁਰੂ ਕੇ ਪਿਆਰੇ ਵੀ ਭਾਈ ਸਾਹਿਬ ਜੀ ਤੁਸੀਂ ਪਰਉਪਕਾਰੀ ਹੋ, ਤੁਸੀਂ ਸੰਤ ਸੁਭਾਅ ਦੇ ਮਾਲਕ ਹੋ, ਤੇ ਤੁਹਾਨੂੰ ਮਹਾਰਾਜ ਨੇ ਗੁਣ ਬਖਸ਼ਿਆ ਹੈ। ਸੰਤ ਆਚਾਰੇ ਹਰ ਅਵਤਾਰੈ, ਕੇ ਤਨ ਹੋਵਤ ਹਿਤਿ ਉਪਕਾਰੈ। ਔਰ ਇਸ ਤਰ੍ਹਾਂ ਜਿਹੜੇ ਨੇ ਤੁਸੀਂ ਇਹ ਪਰਉਪਕਾਰ ਕਰੋ, ਏਡੇ ਵੱਡੇ ਗ੍ਰੰਥ ਨੂੰ ਛੋਟਾ ਕਰਕੇ ਲਿਖੋ, ਕੇ ਤਨ ਹੋਵਤ ਹਿਤ ਉਪਕਾਰੇ, ਤਾਂ ਕਿ ਇਹਦੇ ਨਾਲ ਹੋਰ ਬਹੁਤ ਸਾਰਿਆਂ ਦਾ ਭਲਾ ਹੋਵੇ ਜੀ। ਊਪ ਬਾਵਲੀ ਤਾਲ ਸਰਾਏ, ਪੁਲ ਰਸਤੇ ਮੰਦਰ ਬਣਵਾਏ। ਬੜੇ ਧਿਆਨ ਨਾਲ ਸੁਣਿਓ ਇਹਨਾਂ ਪੰਕਤੀਆਂ ਨੂੰ। ਗਿਆਨੀ ਜੀ ਕਹਿੰਦੇ ਨੇ, ਕਹਿੰਦੇ ਮੈਨੂੰ ਉਹਨਾਂ ਨੇ ਕਈ ਵਾਰ ਐਸਾ ਆਖਣਾ ਬਈ ਇੱਥੇ ਨਾ ਬੜੇ ਬੜੇ ਪਰਉਪਕਾਰੀ ਬੰਦੇ ਹੋਏ ਨੇ, ਪੁੰਨੀ ਬੰਦੇ। ਕਿਸੇ ਨੇ ਖੂਹ ਲਵਾਤਾ ਵੀ ਚਲੋ ਲੋਕ ਪਾਣੀ ਪੀਣਗੇ, ਕਿਸੇ ਨੇ ਨਲਕਾ ਲਵਾਤਾ ਵੀ ਚਲੋ ਲੋਕ ਆਪਣੀ ਪਿਆਸ ਬੁਝਾਉਣਗੇ, ਕਿਸੇ ਨੇ ਸਰੋਵਰ ਖੁਦਵਾਤੇ ਵੀ ਚਲੋ ਇੱਥੋਂ ਵੀ ਲੋਕ ਪਾਣੀ ਜਿਹੜਾ ਉਹਨਾਂ ਦਾ ਕੰਮ ਸਰੇਗਾ, ਕਿਸੇ ਨੇ ਸਰਾਵਾਂ ਬਣਾਈਆਂ, ਪੁੱਲ ਰਸਤੇ ਮੰਦਰ ਬਣਵਾਏ। ਕਈਆਂ ਨੇ ਨਹਿਰਾਂ ਦੇ ਉੱਪਰ ਪੁੱਲ ਬਣਾਏ ਸੀ, ਇਹ ਵੀ ਬੜਾ ਪੁੰਨ ਕਰਮ ਮੰਨਿਆ ਜਾਂਦਾ ਸੀ। ਜਿੱਥੋਂ ਲੰਘਣ ਦੇ ਵਿੱਚ ਕਿਸੇ ਨੂੰ ਮੁਸ਼ਕਲ ਆਂਦੀ ਸੀ, ਪੁੱਲ ਬਣਾਤੇ, ਕਿਸੇ ਨੇ ਰਸਤਾ ਬਣਾਤਾ, ਫਿਰ ਕਿਸੇ ਨੇ ਧਾਰਮਿਕ ਸਥਾਨ ਮੰਦਰ ਬਣਵਾਤੇ। ਇਹ ਸਾਰੇ ਪੁੰਨ ਕਰਮ ਨੇ, ਵੱਡੀ ਗਿਣਤੀ ਦੇ ਵਿੱਚ ਲੋਕ ਇਹ ਪੁੰਨ ਕਰਮ ਕਰਦੇ ਹਨ। ਭਾਰੀ ਉਪਕਾਰ ਹੇਤ ਓ ਸੋਹੀ, ਪਰਨੈ ਗ੍ਰੰਥ ਰਚਨ ਸਮ ਹੋਹੀ। ਦੇਖੋ ਕਹਿੰਦੇ ਪੁੱਲ ਬਣਾਉਣੇ ਚੰਗਾ ਕੰਮ ਹੈ, ਰਸਤੇ ਬਣਾਉਣੇ ਪੁੰਨ ਕਰਮ ਹੈ, ਮੰਦਰ ਬਣਾਉਣੇ ਪੁੰਨ ਕਰਮ ਹੈ, ਸਰਾਵਾਂ ਬਣਾਉਣੀਆਂ, ਤਾਲ ਬਣਾਉਣੇ, ਨਲਕੇ ਲਾਉਣੇ, ਖੂਹ ਲਵਾਉਣੇ, ਇਹ ਪੁੰਨ ਕਰਮ ਹੈ। ਇਹਦੇ ਨਾਲ ਬੜੀ ਦੁਨੀਆ ਨੂੰ ਫਾਇਦਾ ਹੁੰਦਾ। ਪਰ ਕਹਿੰਦੇ ਇਹ ਸਾਰੇ ਹੈ ਤਾਂ ਪਰਉਪਕਾਰ ਨੇ, ਪਰ ਇਹਨਾਂ ਤੋਂ ਵੀ ਵਰਗਾ ਜਾਂ ਇਹਨਾਂ ਦੇ ਤੋਂ ਵੀ ਵੱਡਾ ਇੱਕ ਹੋਰ ਪਰਉਪਕਾਰੀ ਕੰਮ ਹੈ, ਪਰ ਨਹਿ ਗ੍ਰੰਥ ਰਚਨ ਸਮ ਹੋਹੀ। ਇਹਨਾਂ ਤੋਂ ਵੀ ਵੱਡਾ ਪਰਉਪਕਾਰ ਹੈ ਗ੍ਰੰਥਾਂ ਨੂੰ ਲਿਖ ਦੇਣਾ। ਬੜੇ ਗੌਰ ਨਾਲ ਸੁਣਿਓ, ਗ੍ਰੰਥਾਂ ਨੂੰ ਲਿਖਣਾ ਜਿਹਦੇ ਵਿੱਚ ਗੁਰੂਆਂ ਪੀਰਾਂ ਦੇ ਇਤਿਹਾਸ ਦਰਜ ਹੋਣ, ਉਹ ਕਿਉਂ ਵੱਡਾ ਹੈ? ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ, ਸੋ ਤੋ ਏਕ ਠੌਰ ਹੀ ਰਹਿ, ਪੋਥੀ ਦੇਸ ਬਦੇਸੈ ਜਹੈ। ਖੂਹ ਲਵਾਤਾ, ਇੱਕ ਥਾਂ ਹੀ ਰਹੇਗਾ, ਖੂਹ ਕਿਹੜਾ ਤੁਰ ਕੇ ਕਿਤੇ ਚਲਾ ਜਾਏਗਾ? ਉੱਥੇ ਪਾਣੀ ਦਾ ਪਿਆਸਾ ਆਪ ਚੱਲ ਕੇ ਆਏਗਾ, ਪੀਏਗਾ। ਤੇ ਸਰੋਵਰ ਵੀ ਇੱਕ ਥਾਂ ਤੇ ਹੈ, ਨਲਕਾ ਵੀ ਇੱਕ ਥਾਂ ਤੇ ਹੈ, ਤਾਲ ਵੀ, ਸਰਾਂ ਵੀ ਇਤਿਆਦਿਕ। ਕਹਿੰਦੇ ਇਹ ਉਹਦੇ ਨਾਲੋਂ ਵੀ ਵੱਡਾ ਪਰਉਪਕਾਰੀ ਕੰਮ ਹੈ। ਸੋ ਤੋ ਏਕ ਠਹਿ ਹੀ ਰਹਿ ਹੈ। ਜਿਹੜੀ ਆ ਗ੍ਰੰਥ ਨੇ, ਪੋਥੀਆਂ ਨੇ, ਇਹਨੂੰ ਤੇ ਜਿੱਥੇ ਮਰਜ਼ੀ ਚੁੱਕ ਕੇ ਲੈ ਜਾਓ,
ਪੋਥੀ ਦੇਸ ਵਿਦੇਸੇ ਜੈ ਹੈ। ਇੱਥੇ ਵੀ ਇਹ ਪੋਥੀ ਆਪਾਂ ਵਾਚਦੇ ਆ, ਜੇ ਤੁਸੀਂ ਪੜ੍ਹਨੀ ਹੈ ਤੇ ਘਰੇ ਵੀ ਲਿਜਾ ਸਕਦੇ ਹੋ, ਮਾਰਕੀਟ ਚੋਂ ਖਰੀਦ ਸਕਦੇ ਹੋ, ਬੁੱਕਸ ਜਿਹੜਾ ਸੈਂਟਰ ਤੋਂ ਮਿਲ ਜਾਣਗੀਆਂ, ਜਿੱਥੋਂ ਗ੍ਰੰਥ ਲਿਖ ਦਿੱਤੇ ਜਾਂਦੇ ਨੇ। ਇਹ ਗ੍ਰੰਥ ਤੁਸੀਂ ਘਰ ਲਿਜਾ ਕੇ ਵੀ ਇਹਨਾਂ ਨੂੰ ਪੜ੍ਹ ਸਕਦੇ ਹੋ, ਸਵੇਰੇ ਪੜ੍ਹ ਲਓ, ਸ਼ਾਮ ਪੜ੍ਹ ਲਓ, ਜਦੋਂ ਟਾਈਮ ਮਿਲੇ ਪੜ੍ਹ ਲਓ ਜੀ। ਪੜ੍ਹ ਸੁਣ ਲੋਕ ਹਜ਼ਾਰੋਂ ਸੁਧਰੈ, ਗੁਰ ਗਾਥਾ ਉਰ ਧਰ ਜਗ ਉਧਰੈ। ਪਿਆਸਾ ਆਉਂਦਾ ਖੂਹ ਕੋਲ, ਪਿਆਸਾ ਆਉਂਦਾ ਤਾਲ ਕੋਲੇ, ਪਿਆਸਾ ਆਉਂਦਾ ਹੈ ਜਿਹੜਾ ਸਰੋਵਰ ਦੇ ਕੋਲੇ, ਜਾਂ ਜਿਹਨੂੰ ਜਿੱਥੇ ਲੋੜ ਹੈ। ਪਰ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਪਿਆਸ ਹੋਏਗੀ, ਉਹ ਇਹਨਾਂ ਪੋਥੀਆਂ ਨੂੰ, ਗ੍ਰੰਥਾਂ ਨੂੰ ਘਰ ਵੀ ਲਿਜਾ ਸਕਦੇ ਨੇ। ਪੜ੍ਹ ਕੇ ਸੁਣ ਕੇ ਹਜ਼ਾਰਾਂ ਲੋਕਾਂ ਦਾ ਭਲਾ ਹੁੰਦਾ ਹੈ। ਭਲਾ ਕਿਵੇਂ ਹੁੰਦਾ ਹੈ? ਇਹਦੇ ਚੋਂ ਬੜਾ ਹੀ ਕੁਝ ਸਿੱਖਣ ਨੂੰ ਮਿਲਦਾ ਹੈ, ਇਹਦੇ ਚੋਂ ਬੜੀਆਂ ਹੀ ਸੇਧਾਂ ਮਿਲਦੀਆਂ ਨੇ, ਬੜਾ ਗਿਆਨ ਮਿਲਦਾ ਹੈ। ਗੁਰ ਗਾਥਾ ਔਰ ਧਰ ਜਗ ਉਧਰੈ, ਗੁਰੂ ਦੇ ਉਪਦੇਸ਼ਾਂ ਨੂੰ ਹਿਰਦੇ ਚ ਵਸਾ ਕੇ ਜਗਤ ਦਾ ਉਧਾਰ ਹੁੰਦਾ ਜੀ। ਅਮਰ ਨਾਮ ਕਵ ਕਾ ਪੀਰੈ, ਜੈ ਪੜ੍ਹੈ ਤੈ ਸੋ ਜਸ ਕਰਹਿ। ਲਿਖਣ ਵਾਲਿਆਂ ਦਾ ਨਾਮ ਵੀ ਅਮਰ ਹੋ ਜਾਂਦਾ ਹੈ। ਉਹਨਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ। ਭਾਈ ਸੰਤੋਖ ਸਿੰਘ ਅਮਰ ਨੇ, ਗਿਆਨੀ ਗਿਆਨ ਸਿੰਘ ਅਮਰ ਨੇ, ਜਿਨ੍ਹਾਂ ਨੇ ਗ੍ਰੰਥ ਲਿਖੇ ਨੇ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਹੈ। ਉਹਨਾਂ ਦੇ ਵੀ ਦਿਨ ਮਨਾਏ ਜਾਂਦੇ ਹਨ। ਜੋ ਜਪ ਉਰਤੇ ਬਹੁ ਗੁਰ ਸਿੱਖੈ, ਕਹਿਓ ਬਾਰ ਬੋ ਕਵ ਕੋ ਤਿਖੈ। ਗਿਆਨੀ ਜੀ ਕਹਿੰਦੇ ਮੈਨੂੰ ਜਦੋਂ ਕਈ ਵਾਰੀ ਗੁਰੂ ਕੇ ਸਿੱਖਾਂ ਨੇ ਇਸ ਤਰ੍ਹਾਂ ਕਹਿਣਾ ਵੀ ਗਿਆਨੀ ਜੀ, ਲੋਕ ਕੋਈ ਤਾਲ ਲਵਾਉਂਦਾ, ਕੋਈ ਕੁਝ ਕਰਦਾ, ਤੁਸੀਂ ਵੀ ਪਰਉਪਕਾਰ ਕਰੋ, ਗ੍ਰੰਥ ਲਿਖੋ, ਤਾਂ ਕਿ ਸੰਗਤ ਦਾ, ਲੋਕਾਂ ਦਾ, ਸੰਸਾਰ ਦਾ ਭਲਾ ਹੋਵੇ ਜੀ। ਬਾਤ ਸੁਹਾਥ ਲਖਾਤ ਖਰੀ ਹੈ, ਮਾਨੀ ਗਿਆਨੀ ਗਿਆਨਨ ਹਰੀ ਹੈ। ਕਹਿੰਦੇ ਮੈਨੂੰ ਫਿਰ ਉਹਨਾਂ ਦੀ ਇਹ ਗੱਲ ਜੱਚ ਗਈ ਵੀ ਗੱਲ ਤੇ ਠੀਕ ਹੈ ਤੁਹਾਡੀ, ਇਹ ਵੀ ਪੁੰਨ ਕਰਮ ਹੀ ਹੈ। ਲਿਖ ਦੇਣਾ, ਜਿਹਨੂੰ ਲੋਕ ਪੜ੍ਹ ਪੜ੍ਹ ਕੇ ਆਪਣੇ ਜੀਵਨ ਨੂੰ ਸੁਧਾਰ ਦੇਣ। ਇਹ ਗ੍ਰੰਥ ਗਿਆਨੀ ਜੀ ਇੱਕ ਵਾਰੀ ਲਿਖ ਗਏ, ਇਹ ਸਦੀਆਂ ਤੱਕ ਰਹਿਣੇ ਨੇ ਗ੍ਰੰਥ। ਇਸ ਸਦੀਆਂ ਤੱਕ ਇਹਨਾਂ ਦੀ ਕਥਾ ਹੁੰਦੀ ਰਹਿਣੀ ਹੈ। ਪੜ੍ਹੀ ਜਾਣੇ ਨੇ, ਪੜ੍ਹਾਈ ਜਾਣੇ ਨੇ, ਵਾਚੀ ਜਾਣੇ ਨੇ। ਹਾਲਾਂਕਿ ਨਲਕੇ ਖਰਾਬ ਹੋ ਜਾਂਦੇ ਨੇ, ਕਈ ਕੁਝ ਹੋ ਜਾਂਦਾ ਹੈ, ਪਰ ਇਹ ਗ੍ਰੰਥ ਜਿਹੜੇ ਨੇ ਤੇ ਸਦੀਆਂ ਤੱਕ ਇਹਨਾਂ ਦਾ ਪ੍ਰਚਾਰ ਹੁੰਦਾ ਰਹਿੰਦਾ ਹੈ, ਪੜ੍ਹੇ ਸੁਣੇ ਵਾਚੇ ਜਾਂਦੇ ਨੇ। ਇਸ ਕਰਕੇ ਕਹਿੰਦੇ ਜਦੋਂ ਮੈਨੂੰ ਇਹ ਗੱਲ ਆਖੀ, ਮੈਨੂੰ ਇਹ ਗੱਲ ਜੱਚ ਗਈ, ਮਾਨੀ ਗਿਆਨੀ ਗਿਆਨ ਹਰੀ ਹੈ। ਮੈਂ ਉਹਨਾਂ ਦੀ ਗੱਲ ਨੂੰ ਮੰਨ ਲਿਆ, ਸਹਿਮਤ ਹੋ ਗਿਆ ਜੀ। ਮਨ ਮੈਂ ਜੈ ਵਿਚਾਰ ਦ੍ਰਿੜ ਕੀਤਾ, ਹਮਨੇ ਕਰਨੋ ਕਾਲ ਬਤੀਤਾ। ਕਹਿੰਦੇ ਫਿਰ ਮੈਂ ਇਹ ਆਪਦੇ ਮਨ ਚ ਪੱਕਾ ਕਰ ਲਿਆ ਵੀ ਮੈਂ ਇਹ ਕੰਮ ਕਰਾਂ, ਗੁਰੂ ਮਹਾਰਾਜ ਕਿਰਪਾ ਕਰਨ। ਹਮ ਨੇ ਕਰਨੋਂ ਕਾਲ ਬਤੀਤਾ, ਮਤਲਬ ਉਸ ਪਾਸੇ ਧਿਆਨ ਦਿੱਤਾ ਜੀ। ਕਾਮ ਨਹੀਂ ਜਗ ਕਾਮੋਏ ਕੋ, ਜੋ ਪ੍ਰਤਬੰਦੀ ਜਾ ਮੈਂ ਹੋ। ਬਾਕੀ ਕਹਿੰਦੇ ਮੈਂ ਇਹ ਵੀ ਵੇਖਿਆ ਵੀ ਹੁਣ ਮੈਨੂੰ ਕੋਈ ਐਡਾ ਕੰਮ ਵੀ ਨਹੀਂ, ਕੋਈ ਜੰਜਾਲ ਵੀ ਨਹੀਂ, ਕੋਈ ਰੁਕਾਵਟ ਵੀ ਪਾਉਣ ਵਾਲਾ ਨਹੀਂ ਹੈ। ਜਰ ਜੋਰੂ ਜਾਮੀਨ ਨਹੀਂ ਹੈ, ਜੋ ਉਪਦਰਨ ਮੂਲ ਕਹੀ ਹੈ। ਕਹਿੰਦੇ ਨੇ ਨਾ ਇਹਦੇ ਨਾਲ ਕੋਈ ਝਗੜਾ ਹੋਣਾ, ਜਰ ਜੋਰੂ ਜ਼ਮੀਨ ਇਤਿਆਦਿਕ ਇਹਦੇ ਨਾਲ ਝਗੜੇ ਹੁੰਦੇ ਨੇ, ਪਰ ਜੋ ਉਪਦਰਨ ਮੂਲ ਕਹੀ ਹੈ, ਜਿਹੜੇ ਲੜਾਈ ਦਾ, ਪੁਆੜਿਆਂ ਦਾ ਮੁੱਢ ਮੰਨੇ ਗਏ ਹਨ। ਅਰਣੈ ਮਨ ਮੈਂ ਕਿੰਚਤ ਇੱਛਾ, ਤਾਤੇ ਮਾਨੋ ਸਿੱਖਣ ਦਿਛਾ। ਨਾਲੇ ਆਪਣੇ ਮਨ 'ਚ ਕੋਈ ਹੋਰ ਲਾਲਸਾ ਹੀ ਨਹੀਂ ਹੈ, ਕੋਈ ਹੋਰ ਇਸ ਤਰ੍ਹਾਂ ਦੀ ਇੱਛਾ ਨਹੀਂ ਹੈ। ਮੈਨੂੰ ਸਿੱਖਾਂ ਨੇ ਆਖਿਆ ਤੇ ਮੇਰੇ ਮਨ ਦੇ ਵਿੱਚ ਵੀ ਇਹ ਚਾਅ ਪੈਦਾ ਹੋਇਆ ਜੀ। ਅਰ ਗੋਵਿੰਦ ਕਹੀ ਬਤਾਵੇ, ਮਨ ਕੋ ਕੈ ਸਰੂਪ ਮੈਂ ਲਾਵੇ। ਕਹਿੰਦੇ ਇਸ ਤਰ੍ਹਾਂ ਫਿਰ ਮੈਂ ਇਸ ਪਾਸੇ ਧਿਆਨ ਦਿੱਤਾ, ਮੈਂ ਉਹਨਾਂ ਦੀ ਗੱਲ ਤੇ ਗੌਰ ਫਰਮਾਇਆ ਜੀ। ਕੈ ਸਰੂਪ ਨਿਜ ਕੀ ਗੁਣ ਗਾਵੇ, ਗੁਰ ਉਪਦੇਸ ਰਮੇਪ ਕਮਾਵੇ। ਭਾਈ ਸਾਹਿਬ ਕਹਿੰਦੇ ਤਾਂ ਤੇ ਗੁਣ ਗੁਰ ਸਿੱਖਣ ਜੇ ਹੈ, ਦਾਇਕ ਮੋਦ ਪ੍ਰਮੋਦ ਅਤੇ ਹੈ। ਫਿਰ ਜਿਹੜਾ ਸੀ ਮੈਂ ਬਹੁਤ ਇਹ ਖੁਸ਼ੀ ਵਾਲਾ, ਆਨੰਦ ਦੇਣ ਵਾਲਾ ਕਾਰਜ ਕਰਨ ਲਈ ਆਪਣਾ ਪੱਕਾ ਦ੍ਰਿੜ ਮਨ ਬਣਾ ਲਿਆ ਹਾਂਜੀ। ਹਰ ਕਵਿਤਾ ਕ੍ਰਿਤ ਸਾਮਣਾ ਸਮਾਧੀ, ਚਿਤ ਬ੍ਰਿਤ ਰਹਿਤ ਜਾਹੇ ਮੈਂ ਬੰਦੀ। ਨਾਲੇ ਕਹਿੰਦੇ ਲੋਕ ਸਮਾਧੀਆਂ ਲਾਉਂਦੇ ਨੇ, ਇਹ ਜਿਹੜੀ ਕਵਿਤਾ ਉਚਾਰਨੀ ਜਾਂ ਕਾਵਿ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਉਸਤਤ ਲਿਖਣੀ ਹੈ, ਸਮਾਧੀ ਨਾਲੋਂ ਘੱਟ ਨਹੀਂ ਹੈ। ਇਹਦੇ ਲਈ ਵੀ ਬਹੁਤ ਸਮਾਧੀ ਚਾਹੀਦੀ ਹੈ। ਜਿੰਨਾ ਚਿਰ ਇਕਾਗਰ ਨਹੀਂ ਹੋਵੋਗੇ ਕੋਈ ਦਿਮਾਗ 'ਚ ਗੱਲ ਨਹੀਂ ਆਉਂਦੀ। ਲਿਖਣ ਦੇ ਲਈ ਤੁਹਾਡਾ ਦਿਮਾਗ ਇਕਾਗਰ ਚਾਹੀਦਾ,
ਸਾਵਧਾਨ ਚਾਹੀਦਾ। ਜਿੰਨਾ ਚਿਰ ਤੁਹਾਡੇ ਅੰਦਰ ਕੋਈ ਇਸ ਤਰ੍ਹਾਂ ਦੇ ਵਿਚਾਰ ਆਉਣਗੇ ਤੁਸੀਂ ਕਵਿਤਾ ਨਹੀਂ ਲਿਖ ਸਕਦੇ। ਵੈਸੇ ਕਵਿਤਾ ਹੈ ਤਾਂ ਗੋਡ ਗਿਫਟ ਹੁੰਦੀ ਹੈ, ਇਹ ਰੱਬੀ ਦਾਤ ਹੈ, ਕੁਦਰਤੀ ਦਾਤ ਹੈ, ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਦਾਤ ਬਖਸ਼ੀ ਹੈ, ਪਰ ਇਹਦੇ ਲਈ ਇਕਾਗਰਤਾ ਬਹੁਤ ਚਾਹੀਦੀ ਹੈ। ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇੱਕ ਵੱਡੀ ਸਮਾਧੀ ਹੈ, ਇਹ ਵੀ ਕੋਈ ਭਗਤੀ ਤੋਂ ਘੱਟ ਨਹੀਂ ਹੈ। ਇਕ ਅਸਮੰਜਸ ਹੈ ਇਸ ਮਾਹੀ, ਕਵਿਤਾ ਜੋਗ ਬੁੱਧ ਮਮ ਨਾਹੀ। ਪਰ ਕਹਿੰਦੇ ਇੱਕ ਇਹਦੇ ਵਿੱਚ ਬੜੀ ਮੁਸ਼ਕਲ ਆ ਰਹੀ ਸੀ। ਉਹ ਕਿਹੜੀ? ਕਹਿੰਦੇ ਜਿਹੜੀ ਮੇਰੀ ਬੁੱਧੀ ਸੀ ਉਹ ਇਤਨੀ ਸਮਰੱਥ ਨਹੀਂ ਸੀਗੀ, ਜਾਣੀ ਮੈਂ ਇਤਨਾ ਵੱਡਾ ਗਿਆਨੀ ਨਹੀਂ ਸੀਗਾ, ਮੇਰੇ ਕੋਲ ਇਤਨੀ ਵੱਡੀ ਪਕੜ ਨਹੀਂ ਸੀ, ਮੇਰੇ ਕੋਲੇ ਸ਼ਬਦਾਂ ਦਾ ਇਤਨਾ ਵੱਡਾ ਭੰਡਾਰ ਨਹੀਂ ਸੀ। ਮੈਂ ਸੋਚਿਆ ਵੀ ਚਲੋ ਇਤਿਹਾਸ ਲਿਖੀਏ ਕਾਵਿ ਰੂਪ ਦੇ ਵਿੱਚ, ਪਰ ਮੈਨੂੰ ਮੁਸ਼ਕਲ ਆਈ ਵੀ ਮੰਨਾ ਨਾ ਤੇਰੇ ਕੋਲੇ ਕੋਈ ਕਵਿਤਾ ਦਾ ਹੁਨਰ ਹੈ, ਨਾ ਤੇਰੇ ਕੋਲੇ ਸ਼ਬਦੀ ਭੰਡਾਰ ਹੈਗਾ ਹੈ। ਐ ਭਰੋਸਿਉਰ ਡਿੜ ਜਾਇ ਹੈ, ਜਿਉ ਬਾਰਕ ਤੋ ਤਲ ਬਚ ਕਹਿ। ਕਹਿੰਦੇ ਪਰ ਮੇਰਾ ਭਰੋਸਾ ਸੀ ਵੀ ਗੁਰੂ ਮੇਰੇ ਤੋਂ ਸੇਵਾ ਲਾਏ, ਮੇਰਾ ਭਰੋਸਾ ਸੀ ਵੀ ਗੁਰੂ ਦਾ ਕਾਰਜ ਹੈ, ਗੁਰੂ ਨੇ ਕਰਵਾ ਲੈਣਾ। ਜਿਵੇਂ ਤੋਤਲਾ ਬੱਚਾ, ਭਾਵੇਂ ਉਹਨੂੰ ਬੋਲਣਾ ਤੇ ਨਹੀਂ ਆਂਦਾ, ਪਰ ਮਾਂ ਉਹਦੀ ਗੱਲ ਸਮਝ ਜਾਂਦੀ ਹੈ, ਪਿਤਾ ਉਹਦੀ ਗੱਲ ਸਮਝ ਜਾਂਦਾ। ਤੋਤਲਾ ਜਿਹਾ ਬੱਚਾ ਲੱਗਦਾ ਵੀ ਬੜਾ ਪਿਆਰਾ ਹੁੰਦਾ, ਭਾਵੇਂ ਉਹਦੇ ਕੋਲੋਂ ਗੱਲ ਕਲੀਅਰ ਸਾਫ਼ ਨਹੀਂ ਕਹੀ ਜਾਂਦੀ। ਇਸ ਕਰਕੇ ਕਹਿੰਦੇ ਹਨ ਤੋਪੀ ਮਾਤ ਪਿਤਾ ਸੁਣ ਖੁਸ਼ ਹੈ, ਤਿਉ ਮਮ ਬਚ ਸੁਣ ਗੁਰ ਸਿੱਖ ਤੁਸ ਹੈ। ਕਹਿਣ ਲੱਗੇ ਬਈ ਜਿਵੇਂ ਤੋਤਲੇ ਬੱਚੇ ਦੀਆਂ ਗੱਲਾਂ ਮਾਤਾ ਪਿਤਾ ਸੁਣ ਕੇ ਜ਼ਿਆਦਾ ਖੁਸ਼ ਹੁੰਦੇ ਨੇ। ਤੋਤਲੇ ਦੀ ਗੱਲ ਆਪਾਂ ਵਾਰ-ਵਾਰ ਸੁਣੀ ਜਾਂਦੇ ਆ, ਉਹ ਖੁਸ਼ ਹੁੰਦੇ, ਵਧੀਆ ਲੱਗਦਾ, ਪਿਆਰਾ ਲੱਗਦਾ। ਕਹਿੰਦੇ ਇਸੇ ਤਰ੍ਹਾਂ ਭਾਵੇਂ ਮੇਰੇ ਕੋਲੇ ਉਹ ਸ਼ਬਦੀ ਭੰਡਾਰ ਨਹੀਂ ਹੈ, ਭਾਵੇਂ ਮੇਰੇ ਕੋਲੇ ਉਸ ਤਰ੍ਹਾਂ ਦਾ ਹੁਨਰ ਕਲਾ ਨਹੀਂ ਹੈ, ਭਾਵੇਂ ਮੇਰੇ ਕੋਲੇ ਉਸ ਤਰ੍ਹਾਂ ਦੀ ਗੁਣ ਨਹੀਂ ਹੈ, ਪਰ ਜਿਹੋ ਜੀ ਵੀ ਮੈਂ ਕਹਾਂਗਾ, ਕਹਿੰਦੇ ਤਿਉ ਮਮ ਬਚ ਸੁਨ ਗੁਰ ਸਿੱਖ ਤੁਸ ਹੈ। ਗੁਰੂ ਕੇ ਸਿੱਖ ਮੇਰੀ ਫਿਰ ਵੀ ਇਹ ਕਹੀ ਹੋਈ ਲਿਖੀ ਹੋਈ ਗੱਲ ਨੂੰ ਪੜ੍ਹ ਕੇ ਸੁਣ ਕੇ ਖੁਸ਼ ਹੋਣਗੇ, ਜਿਵੇਂ ਬੱਚਿਆਂ ਦੀ ਤੋਤਲੀਆਂ ਗੱਲਾਂ ਨੂੰ ਸੁਣ ਕੇ ਮਾਪੇ ਖੁਸ਼ ਹੁੰਦੇ ਹਨ। ਮਣੀ ਅਮੋਲਕ ਜੁਤ ਜੋ ਮੁੰਦਰੀ, ਲਗਤ ਕੋ ਡੰਗ ਕਰੀ ਪੀ ਸੁੰਦਰੀ। ਕਹਿਣ ਲੱਗੇ ਨੇ ਮਨੀ ਅਮੋਲਕ, ਜੁਤ ਜੋ ਮੁੰਦਰੀ, ਜਿਹੜੀ ਕੋਈ ਮੁੰਦਰੀ ਹੋਵੇ ਨਾ, ਸੁਨਿਆਰਾ ਕੋਈ ਮੁੰਦਰੀ ਘੜਦਾ ਹੈ, ਉਹਦੇ ਕੋਲੋਂ ਸਹੀ ਉਹਦਾ ਬਣੇ ਨਾ, ਜਿਹੜਾ ਸੀ ਕੋਈ ਮਤਲਬ ਆਕਾਰ ਸਹੀ ਨਾ ਬਣੇ ਉਹਦਾ, ਕੋਈ ਵਧੀਆ ਉਹਦੇ ਤੋਂ ਕੋਈ ਉਸ ਤਰ੍ਹਾਂ ਦਾ ਕਹਿ ਲਓ ਬਈ ਉਹਦੇ ਚ ਕੋਈ ਬੇਲ ਬੂਟੀ ਨਾ ਪਾ ਸਕੇ, ਜਾਂ ਕੋਈ ਵਧੀਆ ਡਿਜ਼ਾਈਨ ਨਾ ਹੋਵੇ, ਪਰ ਹੋਵੇ ਸੋਨੇ ਦੀ। ਪਰ ਜੇ ਸੋਨੇ ਦੀ ਹੈ ਤੇ ਤਾਂ ਵੀ ਉਹ ਪਿਆਰੀ ਲੱਗਦੀ ਹੈ, ਭਾਵੇਂ ਮਾੜੀ ਮੋਟੀ ਟੇਢੀ ਮੇਢੀ ਵੀ ਕਿਉਂ ਨਾ ਹੋਵੇ। ਜਿਹੜੀ ਮੁੰਦਰੀ ਦੇ ਵਿੱਚ ਹੀਰਾ ਜੜਿਆ ਹੁੰਦਾ ਤੇ ਉਹਦੇ ਚ ਕੋਈ ਮਾੜਾ ਮੋਟਾ ਨਾ ਬਿੰਗਵਲ ਵੀ ਹੋਵੇ, ਕੋਈ ਡਿਜ਼ਾਈਨ ਸਹੀ ਨਾ ਹੋਵੇ, ਤੇ ਫਿਰ ਵੀ ਉਹ ਆਪਾਂ ਪਾਉਨੇ ਆ ਵੀ ਕਿਉਂ ਕਾਸਟਲੀ ਹੈ ਬਈ, ਇਹ ਮਹਿੰਗੀ ਹੈ, ਇਹ ਆਪਾਂ ਸਿੱਟ ਥੋੜਾ ਦਿੰਨੇ ਆ ਵੀ ਇਹ ਠੀਕ ਨਹੀਂ ਬਣੀ ਸਿੱਟ ਤੋਂ ਪਰ। ਆਪਾਂ ਕਹਿੰਦੇ ਨਹੀਂ, ਇਹ ਕਾਸਟਲੀ ਹੈ, ਇਹ ਮਹਿੰਗੀ ਹੈ। ਔਰ ਇਸੇ ਤਰ੍ਹਾਂ ਲਗਤ ਕੋ ਢੰਗ ਘੜੀ ਪੀ ਸੁੰਦਰੀ, ਮਤਲਬ ਖੋਟੇ ਢੰਗ ਨਾਲ ਘੜੀ ਹੋਈ ਵੀ ਵਧੀਆ ਲੱਗਦੀ ਹੈ। ਕਹਿੰਦੇ ਨੇ ਤਿਉ ਮਮ ਕਮਤਾ ਗੁਰ ਸਿੱਖ ਆਦਰ ਹੈ। ਇਸੇ ਤਰ੍ਹਾਂ ਭਾਵੇਂ ਮੇਰੇ ਤੋਂ ਸੋਹਣੀ ਕਵਿਤਾ ਨਹੀਂ ਲਿਖੀ ਜਾਣੀ, ਗਿਆਨੀ ਜੀ ਨਿਮਰਤਾ ਚ ਕਹਿ ਰਹੇ ਨੇ, ਭਾਵੇਂ ਮੇਰੇ ਤੋਂ ਸੋਹਣੇ ਢੰਗ ਦੇ ਨਾਲ ਉਹ ਸਾਰਾ ਕੁਝ ਨਹੀਂ ਬਣਨਾ, ਪਰ ਜੈਸਾ ਵੀ ਬਣੇਗਾ ਸਿੱਖ ਉਹਨੂੰ ਪਿਆਰ ਕਰਨਗੇ, ਕਿਉਂਕਿ ਗੁਰੂ ਕੀ ਕਥਾ ਹੈ। ਜਹ ਵਿਚਾਰ ਗੁਰੂਆਂ ਕੀ ਗਾਥਾ, ਰਚੀ ਜਥਾ ਮਤ ਅਦਹਿਤ ਸਾਥਾ। ਕਹਿਣ ਲੱਗੇ ਮੈਂ ਆਪਣੀ ਮਤ ਅਨੁਸਾਰ ਗੁਰੂਆਂ ਦੀ ਤੇ ਗੁਰੂਆਂ ਦੇ ਸਾਜੇ ਹੋਏ ਉਸ ਪੰਥ ਖਾਲਸੇ ਦੀ ਕਥਾ ਲਿਖਣ ਲੱਗਿਆ। ਯਦ ਜਪ ਕਵਿਤਾ ਹਸਬੇ ਜੋਗੂ, ਪੈਣਾ ਹਸਤ ਤਰਕਤ ਗੁਰ ਲੋਗੂ। ਆ ਪੰਕਤੀਆਂ ਨੂੰ ਸੁਣਿਓ, ਜਿਹੜੇ ਲੋਕ ਉਂਗਲਾਂ ਉਠਾਉਂਦੇ ਨੇ ਇਹਨਾਂ ਗ੍ਰੰਥਾਂ ਤੇ, ਜਿਹੜੇ ਕਿੰਤੂ ਪਰੰਤੂ ਕਰਦੇ ਨੇ, ਮੈਂ ਕਿੰਨੀ ਵਾਰ ਬੇਨਤੀ ਕੀਤੀ ਹੈ ਵੀ ਜਿਨ੍ਹਾਂ ਨੇ ਗ੍ਰੰਥਾਂ ਦੇ ਦਰਸ਼ਨ ਹੀ ਨਹੀਂ ਕੀਤੇ, ਉਹ ਵੀ ਜਣਾ ਖਣਾ ਉੱਠ ਕੇ ਇਹਨਾਂ ਤੇ ਕਿੰਤੂ ਪਰੰਤੂ ਕਰਦਾ। ਕਈ ਵਾਰੀ ਤੇ ਉਹ ਸੱਜਣ ਜਿਨ੍ਹਾਂ ਨੂੰ ਇਹਦਾ ਨਾਮ ਵੀ ਨਹੀਂ ਲੈਣਾ ਆਉਂਦਾ, ਬਾਬਾ ਜੀ ਤੁਸੀਂ ਉਹਨਾਂ ਗ੍ਰੰਥਾਂ 'ਚ ਤਾਂ ਲਿਖਿਆ ਉਹ ਲਿਖਿਆ, ਕਈ ਤਾਂ ਪੜ੍ਹਿਆ ਤਾਂ ਵਾਚਿਆ ਵਿਚਾਰਿਆ ਨਹੀਂ, ਜੇ ਤੁਸੀਂ ਫਲਾਣੇ ਨੂੰ ਸੁਣਿਆ ਉਹ ਐਂ ਕਹਿੰਦਾ ਭਾਈ, ਉਹਦੇ ਸੁਣੇ ਤੇ ਨਹੀਂ ਗੱਲ ਬਣਨੀ। ਝੂਠ ਵੀ ਬੋਲ ਸਕਦਾ, ਪਰ ਤੁਸੀਂ ਆਪ ਕਿਉਂ ਨਹੀਂ ਪੜ੍ਹ ਲੈਂਦੇ? ਤੁਸੀਂ ਆਪ ਤਸੱਲੀ ਕਰੋ। ਹੁਣ ਇੱਥੇ ਕੀ ਲਿਖਦੇ ਨੇ? ਕਹਿੰਦੇ ਭਾਈ ਮੈਂ ਕੋਸ਼ਿਸ਼ ਕਰ ਰਿਹਾ, ਗਿਆਨੀ ਜੀ ਕਹਿੰਦੇ ਐ ਗੁਰੂ ਕੀ ਸੰਗਤ ਜਿੰਨੀ ਕਿ ਮੈਨੂੰ ਕੋਲੇ ਮਤ ਹੈ, ਬੁੱਧ ਹੈ, ਮੈਂ ਉਸ ਹਿਸਾਬ ਨਾਲ ਇਹ ਲਿਖਣ ਲੱਗਿਆ। ਪਰ ਕਹਿੰਦੇ ਤੁਸੀਂ ਅੱਗੇ ਸੁਣਨਾ ਹੈ, ਤੁਸੀਂ ਇਹਨੂੰ ਪੜ੍ਹਨਾ ਹੈ। ਜਦੋਂ ਤੁਹਾਨੂੰ ਪੜ੍ਹਦੇ ਆ ਕਿਤੇ ਲੱਗੇਗਾ ਵੀ ਆਹ ਕੀ ਲਿਖਤਾ ਭਾਈ ਸਾਹਿਬ ਨੇ, ਕੋਈ ਹਾਸੇ ਜਿਹੀ ਵਾਲੀ ਗੱਲ ਆਊਗੀ, ਕੋਈ ਮਤਲਬ ਇਹੋ ਜੀ ਗੱਲ ਆਊ ਜਿਹੜੀ ਤੁਹਾਨੂੰ ਠੀਕ ਨਾ ਲੱਗੇ। ਕਹਿੰਦੇ ਪੈ ਨਾ ਹਸਤ ਤਰਕਤ ਗੁਰ ਲੋਗੂ,
ਕਹਿੰਦੇ ਫਿਰ ਤੁਸੀਂ ਗੁਰੂ ਦੇ ਉੱਪਰ ਕਿੰਤੂ ਪਰੰਤੂ ਨਹੀਂ ਕਰਨਾ, ਮੇਰੇ ਉੱਪਰ ਕਰਿਓ। ਮੇਰੀ ਕੋਈ ਘਾਟ ਹੋ ਸਕਦੀ ਹੈ, ਹੋ ਸਕਦਾ ਮੈਂ ਸਹੀ ਨਾ ਲਿਖਿਆ ਹੋਵੇ ਜਾਂ ਮੇਰੇ ਤੋਂ ਨਹੀਂ ਲਿਖਿਆ ਗਿਆ ਹੋਣਾ, ਪਰ ਤੁਸੀਂ ਉੱਥੇ ਨਾ ਆਖਿਓ ਜੀ ਗੁਰੂਆਂ ਨੇ ਜੇ ਕੀਤਾ ਉਹ ਕੀਤਾ ਆਹ ਕੀਤਾ ਐਂ ਲਿਖਿਆ ਹੋਇਆ। ਜਿਵੇਂ ਕਈ ਬੰਦੇ ਕਹਿ ਦਿੰਦੇ ਨੇ ਸੂਰਜ ਪ੍ਰਕਾਸ਼ ਤਾਂ ਲਿਖਿਆ ਹੋਇਆ, ਫਲਾਣੇ ਤਾਂ ਲਿਖਿਆ ਹੋਇਆ। ਗੁਰੂਆਂ ਦੀ ਘਾਟ ਨਹੀਂ ਹੈ, ਲਿਖਣ ਵਾਲਿਆਂ ਦੀ ਘਾਟ ਹੋ ਸਕਦੀ ਹੈ, ਲਿਖਣ ਵਾਲਿਆਂ ਦੀ ਕਮੀ ਹੋ ਸਕਦੀ ਹੈ। ਲਿਖਣ ਵਾਲਿਆਂ ਦਾ ਹੋ ਸਕਦਾ ਮਨ ਬੇਈਮਾਨ ਹੋਵੇ, ਲਿਖਣ ਵਾਲਿਆਂ ਦਾ ਹੋ ਸਕਦਾ ਕੋਈ ਕਿਸੇ ਦਾ ਪ੍ਰਭਾਵ ਕਬੂਲ ਲਿਆ ਹੋਵੇ ਕਿਸੇ ਦਾ, ਪਰ ਗੁਰੂ ਸੱਚੇ ਪਾਤਸ਼ਾਹ ਦੇ ਉੱਪਰ ਸ਼ੱਕ ਨਹੀਂ ਕਰਨੀ। ਗੁਰੂ ਸਾਹਿਬ ਦੇ ਸਮਰੱਥ ਨੇ, ਪੂਰੇ ਨੇ, ਸੂਰਮੇ ਨੇ। ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਤੁਸੀਂ ਗੁਰੂਆਂ ਨੂੰ ਮਜ਼ਾਕ ਨਹੀਂ ਬਣਾਉਣਾ, ਹੱਸ ਮੇਰੇ ਤੇ ਲੈਣਾ ਜੀ। ਪੰਥ ਕਬੂਲ ਕਰੀ ਕਰ ਦਾਇਆ, ਜਾ ਤੈ ਰਚਨਾ ਰਦ ਪਾਇਆ। ਕਹਿੰਦੇ ਫਿਰ ਇਹ ਮੈਂ ਗ੍ਰੰਥ ਲਿਖਣ ਦਾ ਇੱਕ ਤਰ੍ਹਾਂ ਦਾ ਯਤਨ ਕੀਤਾ, ਜਾਂ ਮੈਂ ਉਸ ਪਾਸੇ ਪੂਰਾ ਧਿਆਨ ਲਾਇਆ ਜੀ। ਗੁਰੂ ਅਣਿਆਰ ਸਿੱਖਣ ਕੀ ਗਾਥਾ, ਕਾ ਇਹੋ ਗ੍ਰੰਥ ਰਚਿਓ ਹਿਤ ਸਾਥਾ। ਫਿਰ ਮੈਂ ਇਹ ਗ੍ਰੰਥ ਲਿਖਿਆ ਜਿਹਦੇ ਵਿੱਚ 10 ਗੁਰੂ ਸਾਹਿਬਾਨਾਂ ਦਾ ਇਤਿਹਾਸ, ਫਿਰ ਗੁਰੂ ਸਾਹਿਬਾਨਾਂ ਦੇ ਸਾਜੇ ਹੋਏ ਸਿਰਜੇ ਹੋਏ ਪੰਥ ਖਾਲਸੇ ਦਾ ਇਤਿਹਾਸ ਲਿਖਿਆ ਜੀ। ਨਾਮ ਪੰਥ ਪ੍ਰਕਾਸ਼ ਰਹਾਇਓ, ਪੂਰਬ ਥਾ ਜੋ ਬਣਿਓ ਸੁਹਾਇਓ। ਕਹਿੰਦੇ ਇਸ ਗ੍ਰੰਥ ਦਾ ਫਿਰ ਮੈਂ ਨਾਮ ਰੱਖਿਆ ਪੰਥ ਪ੍ਰਕਾਸ਼, ਔਰ ਇਹ ਹੈ ਸ੍ਰੀ ਗੁਰ ਪੰਥ ਪ੍ਰਕਾਸ਼। ਪੰਥ ਦੇ ਉੱਪਰ ਜਿਹਦਾ ਪ੍ਰਕਾਸ਼ ਦਾ ਅਰਥ ਕੀ ਹੁੰਦਾ ਹੈ? ਰਾਸ਼ਨੀ, ਚਾਨਣਾ। ਵੀ ਉਹ ਗ੍ਰੰਥ ਜਿਹਦੇ ਵਿੱਚ ਪੂਰੇ ਪੰਥ ਦੇ ਬਾਰੇ ਚਾਨਣਾ ਪਾਇਆ ਗਿਆ, ਪੂਰੇ ਪੰਥ ਦੇ ਬਾਰੇ ਜਿਹੜਾ ਸੀ ਗਿਆਨ ਦਿੱਤਾ ਗਿਆ ਹੈਗਾ, ਉਹ ਗ੍ਰੰਥ ਹੈ। ਤੇ ਇਹਦਾ ਨਾਮ ਹੈ ਸ੍ਰੀ ਗੁਰ ਪੰਥ ਪ੍ਰਕਾਸ਼ ਨਵੀਨ ਗਿਆਨੀ ਗਿਆਨ ਸਿੰਘ ਜੀ ਦਾ, ਜਿਹੜਾ ਆਪਾਂ ਪਹਿਲਾਂ ਵਾਚਿਆ ਸੀ ਇਸ ਤੋਂ ਕੁਝ ਕੁ ਮਹੀਨੇ ਪਹਿਲਾਂ। ਉਹ ਸੀ ਪ੍ਰਾਚੀਨ ਸ੍ਰੀ ਪੰਥ ਪ੍ਰਕਾਸ਼, ਉਹ ਸੀ ਗਿਆਨੀ ਰਤਨ ਸਿੰਘ ਜੀ ਭੰਗੂ ਹੋਰਾਂ ਦਾ। ਇੱਕ ਹੈ ਸੂਰਜ ਪ੍ਰਕਾਸ਼ ਤੇ ਨਾਨਕ ਪ੍ਰਕਾਸ਼, ਜਿਹਨੂੰ ਗੁਰਪ੍ਰਤਾਪ ਦਾ ਨਾਮ ਦਿੱਤਾ ਗਿਆ, ਉਹ ਹੈ ਭਾਈ ਸੰਤੋਖ ਸਿੰਘ ਜੀ ਹੋਰਾਂ ਦਾ। ਇੱਕ ਤਵਾਰੀ ਗੁਰੂ ਖਾਲਸਾ, ਮਤਲਬ ਸਾਡੇ ਪੰਥ ਦੇ ਕਿਤਨੇ ਹੀ ਐਸੇ ਗ੍ਰੰਥ ਨੇ, ਔਰ ਇਸ ਕਰਕੇ ਕਹਿੰਦੇ ਇਸ ਗ੍ਰੰਥ ਦਾ ਨਾਮ ਮੈਂ ਸ੍ਰੀ ਗੁਰ ਪੰਥ ਪ੍ਰਕਾਸ਼ ਰੱਖਿਆ ਜੀ। ਉਸ ਹੀ ਮੈਂ ਦੋਏ ਭਾਗ ਬਣਾਏ, ਪੂਰਬ ਬਾਰਦ ਉਤਰਾਦਰ ਗਾਏ। ਫਿਰ ਇਸ ਗ੍ਰੰਥ ਦੇ 2 ਭਾਗ, ਇੱਕ ਇਹਦਾ ਪਹਿਲਾ ਭਾਗ ਪੂਰਵਾਰਧ, ਦੂਸਰਾ ਉਤਰਾਰਧ ਭਾਗ, ਤੇ ਜਿਹੜੇ 2 ਭਾਗ ਬਣਾਏ ਜੀ। ਪੂਰਬਾਰਧ ਪਾਛੇ ਕੇ ਪੂਰਾ, ਅਬ ਉਤਰਾਰਧ ਲਿਖਿਓ ਰੂਰਾ। ਕਹਿੰਦੇ ਗੁਰੂ ਕੀ ਸੰਗਤ ਪਹਿਲਾ ਭਾਗ ਪੂਰਾ ਹੋ ਗਿਆ। ਕੱਲ ਤੱਕ ਜਿਹੜੀ ਆਪਾਂ ਕਥਾ ਸਰਵਣ ਕੀਤੀ ਸੀ, ਕੱਲ ਤੱਕ ਜਿਹੜਾ ਆਪਾਂ ਇਤਿਹਾਸ ਸਾਂਝਾ ਕੀਤਾ ਸੀ, ਇਹ ਜਿਹੜਾ ਨਵਾਂ ਦੂਸਰਾ ਭਾਗ ਸ਼ੁਰੂ ਹੋਇਆ ਹੈ। ਪ੍ਰਥਮੈ ਬੰਦੇ ਕੀ ਸਭ ਗਾਥਾ, ਕਹਿਓ ਇਸੀ ਮੈਂ ਅਭਿਹਿਤ ਸਾਥਾ। ਜਿਹੜਾ ਕੱਲ ਤੱਕ ਸੀ ਉਹਦੇ ਵਿੱਚ 10ਵੇਂ ਪਾਤਸ਼ਾਹ ਤੱਕ ਦੀ ਕਥਾ ਸੀ। ਹੁਣ ਇਹਦੇ ਵਿੱਚ ਜਿਹੜਾ ਹੁਣ ਸ਼ੁਰੂ ਹੋਇਆ, ਇਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਕਥਾ ਲਿਖਣ ਲੱਗਿਆ। ਪਾਛੈ ਪੰਥ ਖਾਲਸੇ ਕੇਰੀ, ਕਥੋਂ ਗਾਥਾ ਅਧੇਕਿਓ ਜੇਰੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਖੁੱਲ ਕੇ ਕਥਾ ਲਿਖੀ ਹੈ। ਉਸ ਤੋਂ ਬਾਅਦ ਫਿਰ ਜਿਹੜਾ ਹੋਰ ਪੰਥ ਖਾਲਸੇ ਦਾ ਇਤਿਹਾਸ ਹੈ, ਉਹਦਾ ਜ਼ਿਕਰ ਕੀਤਾ ਹੈ। ਗੁਰ ਕੇ ਪੰਥ ਭੇਖ ਹੈ ਜੇਤੇ, ਪਾਛੈ ਵਰਣਨ ਕਰਨੋ ਤੇਤੇ। ਫਿਰ ਪੰਥ ਦੇ ਹੋਰ ਕਿੰਨੇ ਜਿਹੜੇ ਭੇਖ ਨੇ, ਇਹ ਪੰਥ ਦੇ ਕਿਹੜੇ ਕਿਹੜੇ ਭੇਖ ਨੇ, ਉਹਨਾਂ ਸਾਰਿਆਂ ਦਾ ਵਰਣਨ ਆਇਆ ਹੈ। ਗੁਰਦੁਆਰੇ ਜੇ ਮੁਖੋ ਕਹਾਵੈ, ਤਿਨ ਕੀ ਪੀ ਗਾਥਾ ਪੁਨ ਗਾਵੈ। ਯਾਨੀ ਜੀ ਕਹਿੰਦੇ ਜਿਹੜੇ ਮੇਨ ਗੁਰਦੁਆਰੇ ਨੇ, ਮੁੱਖ ਗੁਰਦੁਆਰੇ ਨੇ, ਕੇਂਦਰੀ ਸਥਾਨ ਨੇ, ਜਾਂ ਜਿਹੜੇ ਇਤਿਹਾਸਕ ਸਥਾਨ ਨੇ, ਉਹਨਾਂ ਦਾ ਵੀ ਇਸ ਗ੍ਰੰਥ ਵਿੱਚ ਜ਼ਿਕਰ ਕੀਤਾ ਹੈ। ਅਬੈ ਪ੍ਰਸੰਗ ਸੁਣੋ ਗੁਰ ਪਿਆਰੇ, ਕਹਿਓ ਕਲਗੀਧਰ ਹੈ ਜੁਹਾਰੇ। ਇੱਥੋਂ ਤੱਕ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਕਥਾ ਦੇ ਪ੍ਰੇਮੀਓ, ਇਤਿਹਾਸ ਦੇ ਸਰੋਤਿਓ, ਹੁਣ ਸੁਣੋ ਆਪਣੀਆਂ ਸੁਰਤੀਆਂ ਬਿਰਤੀਆਂ, ਸਾਵਧਾਨ ਕਰੋ, ਇਕਾਗਰ ਕਰੋ। ਕਹਿਓ ਕਲਗੀਧਰ ਜੁਹਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਮੈਂ ਅਗਲਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਲੱਗਿਆ। ਦੋਹਰਾ ਜਬ ਸ੍ਰੀ ਸਤਿਗੁਰ ਦਸ ਮਜੂਰ,
ਜੀਵਨ ਕਰਤ ਕਲਿਆਣ। ਹੁਣ ਭਾਈ ਸਾਹਿਬ ਜੀ ਥੋੜਾ ਜਿਹਾ ਜ਼ਿਕਰ ਕਰਨਗੇ 10ਵੇਂ ਪਾਤਸ਼ਾਹ ਜੀ ਦਾ। ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਆਏ, ਵਿਚਰ ਕੇ ਦੱਖਣ ਵਾਲੇ ਪਾਸੇ ਗਏ ਜੀ। ਦੱਖਣ ਦਿਸ ਵਿਚਰ ਕੇ ਪਹੁੰਚੇ ਪੁਰ ਬੁਰਹਾਨ। ਥੋੜੇ ਜਿਹੇ ਅੰਤਲੇ ਦਿਨਾਂ ਦਾ ਪ੍ਰਸੰਗ ਲਿਖਣ ਲੱਗੇ ਨੇ ਵੀ ਜਦੋਂ ਮਹਾਰਾਜ ਆਪਣੇ ਅੰਤਲੇ ਦਿਨਾਂ 'ਚ ਦੱਖਣ ਪਹੁੰਚੇ, ਐਸ ਧਰਤੀ ਨੂੰ ਭਾਗ ਲਾ ਕੇ ਦੱਖਣ ਵਾਲੇ ਪਾਸੇ ਗਏ, ਬੁਰਹਾਨਪੁਰੇ ਜਦੋਂ ਪਹੁੰਚੇ ਜੀ। ਚੌਪਈ ਸ਼ਾਹ ਬਹਾਦਰ ਕੋ ਜਿਮ ਸ਼ਾਹੀ, ਦਿਲਵਾਏ ਪੁਣ ਬਣੀ ਨ ਤਾਹੀ। ਜਿਵੇਂ ਮਹਾਰਾਜ ਨੇ ਬਹਾਦਰ ਸ਼ਾਹ ਨੂੰ ਬਾਦਸ਼ਾਹ ਬਣਾਇਆ ਸੀ, ਬਾਦਸ਼ਾਹੀ ਦਿੱਤੀ ਸੀ, ਵੱਖਰੀ ਗੱਲ ਹੈ ਵੀ ਉਹਦੇ ਤੋਂ ਫਿਰ ਗੁਰੂ ਸਾਹਿਬ ਨਾਲ ਕੀਤੇ ਹੋਏ ਵਾਅਦੇ ਨਿਭਾ ਨਾ ਹੋਏ, ਉਹ ਤੁਸੀਂ ਪਿੱਛੇ ਸਰਵਣ ਕੀਤਾ। ਥੋੜਾ ਜਿਹਾ ਜ਼ਿਕਰ ਕਰਨ ਲੱਗੇ ਹਨ। ਸ਼ਾਹੇ ਸੰਗ ਦਖਣ ਦਿਸ ਆਏ, ਜੁਦੇ ਪਏ ਤਿਸ ਤੈ ਜਿਸ ਠਾਏ। ਮਹਾਰਾਜ ਨੇ ਕਿਹਾ ਸੀ ਤੈਨੂੰ ਬਾਦਸ਼ਾਹ ਬਣਾ ਦਾਂਗੇ, ਤੇ ਉਹ ਕਹਿੰਦਾ ਸੀ ਜੀ ਮੈਨੂੰ ਤੁਸੀਂ ਬਾਦਸ਼ਾਹ ਬਣਾ ਦਿਓ ਤੇ ਜਿਹੜੀ ਤੁਸੀਂ ਕੋਈ ਸ਼ਰਤ ਰੱਖੋਗੇ ਉਹ ਤੁਹਾਡੀ ਮੈਂ ਮੰਨਾਂਗਾ। ਮਹਾਰਾਜ ਨੂੰ ਬਾਦਸ਼ਾਹ ਬਣਾਤਾ, ਸ਼ਰਤ ਰੱਖੀ, ਕਹਿੰਦੇ ਸਾਰੇ ਦੋਸ਼ੀ ਸਾਡੇ ਹਵਾਲੇ ਕਰ ਦੇ, ਤੇ ਪੈਰ ਖਿਸਕਾ ਗਿਆ ਪਿੱਛੇ ਨੂੰ, ਤੇ ਮਤਲਬ ਆਨਾਕਾਨੀ ਕਰ ਗਿਆ, ਟਾਲ ਮਟੋਲ ਕਰ ਗਿਆ। ਕਈ ਵਾਰ ਕਹਿਣ ਤੇ ਵੀ ਇਹਨੇ ਸੂਬਾ ਸਰਹੰਦ ਤੇ ਹੋਰ ਜ਼ਾਲਮ ਗੁਰੂ ਸਾਹਿਬ ਨੂੰ ਜਿਹੜੇ ਸੀ ਨਹੀਂ ਫੜਾਏ। ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਗੱਲ ਉਹਦੇ ਤੋਂ ਪੂਰੀ ਨਾ ਬਣੀ, ਮਹਾਰਾਜ ਉਹਦੇ ਨਾਲੋਂ ਵੱਖ ਹੋ ਗਏ ਜੀ। ਸੋ ਗਾਥਾ ਗੁਰ ਗਾਥ ਮਜਾਰੀ, ਭਲੀ ਪੰਤ ਹਮ ਸਭੈ ਉਚਾਰੀ। ਯਾਨੀ ਜੀ ਕਹਿੰਦੇ ਉਹ ਸਾਰੀ ਕਥਾ ਮੈਂ ਪਿਛਲੇ ਦਿਨਾਂ 'ਚ ਜੋ ਤੁਹਾਡੇ ਸਾਹਮਣੇ ਰੱਖੀ, ਤੁਸਾਂ ਨੇ ਵਿਚਾਰੀ ਹੈ, ਸਰਵਣ ਕੀਤੀ ਹੈ। ਆਬਿਆ ਸੋਈ ਦਿਖ ਰਾਵੈ, ਬੰਦੇ ਕਾ ਪ੍ਰਸੰਗ ਜਆਵੈ। ਹੁਣ ਕਹਿੰਦੇ ਮੈਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਹੀ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ। ਤਾਤੇ ਅਬ ਗੁਰ ਕੋ ਕਰ ਬੰਦਨ, ਕਥੈ ਪ੍ਰਸੰਗ ਸੁਣੋ ਗੁਰ ਨੰਦਨ। ਐ ਗੁਰੂ ਦੇ ਪੁੱਤਰੋ, ਐ ਗੁਰੂ ਕੇ ਸਿੱਖੋ, ਐ ਗੁਰੂ ਕੀ ਸੰਗਤ, ਧਿਆਨ ਨਾਲ ਸਰਵਣ ਕਰਿਓ। 10ਵੇਂ ਪਾਤਸ਼ਾਹ ਨੂੰ ਬੰਦਨਾ ਕਰਕੇ ਲਿਖਣ ਲੱਗਿਆ ਹਾਂ। ਦੇਸ ਵੇਸ ਜੋ ਗੋਂਡ ਉਦਾਰੇ, ਮਹਾਰਾਸ਼ਟਰ ਤੇ ਲੰਗ ਮਝਾਰੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਉਧਰ ਜਿਹੜਾ ਗਏ ਨੇ ਗੋਦਾਵਰੀ ਦੇ ਕੰਢੇ ਤੇ, ਕਾਫੀ ਸਾਰੇ ਸ਼ਹਿਰਾਂ ਦਾ ਨਾਮ ਲਿਖ ਕੇ ਗੁਰੂ ਸਾਹਿਬ ਵੱਖ-ਵੱਖ ਥਾਵਾਂ ਨੂੰ ਭਾਗ ਲਾਉਂਦੇ ਹੋਏ, ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਗੋਦਾਵਰੀ ਦੇ ਕੰਢੇ ਜਿੱਧਰ ਮਾਧੋ ਦਾਸ ਬੈਰਾਗੀ ਉਧਰ ਗਏ ਜੀ। ਗੋਰਖਨਾਥ ਖੇਮੇ ਲਗਵਾਏ, ਸਾਏ ਮਾਨ ਫਰਸ਼ ਜਵਾਏ। ਉੱਥੇ ਜਾ ਕੇ ਮਹਾਰਾਜ ਨੇ ਆਪਣੇ ਤੰਬੂ ਜਿਵੇਂ ਲਗਵਾਏ, ਜਿਵੇਂ ਮਹਾਰਾਜ ਨੇ ਉੱਥੇ ਜਾ ਕੇ ਆਪਣਾ ਉਸ ਤਰ੍ਹਾਂ ਦੇ ਪ੍ਰਬੰਧ ਕੀਤੇ ਜੀ। ਥੇਰੇ ਪਲੰਗ ਪਰ ਆਪ ਗੁਸਾਈ, ਚਵਰ ਚੜਾਵਤ ਦਾਸ ਥਿਰਾਈ। ਫਿਰ ਮਹਾਰਾਜ ਬੰਦੇ ਸਿੰਘ ਬਹਾਦਰ ਉਹ ਮਾਧੋ ਦਾਸ ਵੈਰਾਗੀ ਦੇ ਪਲੰਗ ਦੇ ਉੱਪਰ ਜਿਵੇਂ ਬੈਠੇ ਸ਼ਸ਼ੋਭਤ ਹੋਏ ਜੀ। ਸਿੰਘਣ ਅਸਵਦ ਰੇਸ ਲਗਾਏ, ਤਾੜ ਸੁਚੇਤ ਬਸਤਰ ਸਜਾਏ। ਉਧਰੋਂ ਜਿਹੜੇ ਗੁਰੂ ਕੇ ਸਿੰਘ ਸੀਗੇ, ਜਿਹੜੇ ਮਹਾਰਾਜ ਦੇ ਨਾਲ ਪੰਜਾਬੋਂ ਗਏ ਸੀਗੇ, ਉਹ ਆਲੇ ਦਾਲੇ ਉਹਨਾਂ ਨੇ ਘੋੜੇ ਬੰਨ੍ਹ ਤੇ ਉੱਥੇ ਤੰਬੂ ਜੇ ਲਾਗੇ ਤੇ ਉਹ ਖੜੇ ਸੀ। ਤਾੜ ਸੁਚੇਤੇ ਬਸਤਰ ਸਜਾਇਓ, ਜੰਗਲ ਪਾਣੀ ਜਾ ਕੇ ਸੁਚੇਤ ਹੋਏ ਜੀ। ਬੈਠੇ ਸਭਾ ਵਿੱਚ ਪੁਨਿਆਏ, ਰਾਗੀ ਕੀਰਤਨ ਕਰਨ ਲਗਾਏ। ਕਹਿੰਦੇ ਸਜੀ ਸਭਾ ਮਹਾਰਾਜਨ ਸੋਈ, ਖਬਰ ਸ਼ਹਿਰ ਮਦ ਹੋਈ ਵੈਸੇ। ਜਦੋਂ ਸਾਰੇ ਪਾਸੇ ਖਬਰ ਫੈਲ ਗਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਲ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਨੇ ਉੱਥੇ ਪਹੁੰਚੇ ਨੇ। ਕਹਿੰਦੇ ਜਦੋਂ ਇਹ ਸਾਰੀ ਮਤਲਬ ਪਾਸੇ ਖਬਰ ਫੈਲ ਗਈ ਜੀ। ਮੰਤਰੀ ਸ਼ਾਹੇ ਬਹਾਦਰ ਕੇਰੋ, ਹੁਤੋ ਟਹਿਲਹਿਤ ਜੋ ਸੰਗੇਰੋ। ਔਰ ਜਿਹੜਾ ਮੰਤਰੀ ਸ਼ਾਹ ਹੈ ਤੇ ਵਜ਼ੀਰ ਜਿਹੜੇ ਸੀ ਬਹਾਦਰ ਸਾਹਿਬ ਦੇ, ਬਹਾਦਰ ਸਾਹਿਬ ਨਾਲੋਂ ਮਹਾਰਾਜ ਵੱਖ ਹੋ ਗਿਆ ਸੀ। ਬਹਾਦਰ ਸਾਹਿਬ ਪਲ ਪਲ ਦੀ ਖਬਰ ਰੱਖ ਰਿਹਾ ਜੀ। ਸ਼ਹਿਰੋ ਹਾਕਮ ਤਾਹੇ ਬੁਲਾਇਓ, ਜੋ ਚਾਹੀਏ ਤਾਂ ਸਭ ਮੰਗਵਾਇਓ। ਫਿਰ ਇੱਥੋਂ ਤੱਕ ਬਾਦਸ਼ਾਹ ਬਹਾਦਰ ਸਾਹਿਬ ਉੱਤੋਂ ਮਹਾਰਾਜ ਜੀ ਦੇ ਨਾਲ ਆਪਣਾ ਇੱਕ ਤਰ੍ਹਾਂ ਦਾ ਸੰਪਰਕ ਵੀ ਬਣਾਇਆ ਹੋਇਆ ਵੀ ਮਹਾਰਾਜ ਜੋ ਤੁਹਾਨੂੰ ਚਾਹੀਦਾ ਮੈਨੂੰ ਦੱਸੋ। ਮੈਂ ਕੱਲ ਬੇਨਤੀ ਸਾਰੀ ਕੀਤੀ ਸੀ ਤੁਹਾਡੇ ਸਾਹਮਣੇ। ਉੱਤੋਂ ਤੋਂ ਮਹਾਰਾਜ ਨੂੰ ਕਹਿੰਦਾ ਸੀ ਜੋ ਚਾਹੀਦਾ ਮੈਨੂੰ ਦੱਸੋ, ਜਿਵੇਂ ਆਖੋਗੇ ਉਹੀ ਤੁਹਾਡੇ ਕੋਲੇ ਹਾਜ਼ਰ ਕਰ ਦਿੱਤਾ ਜਾਏਗਾ। ਪਰ ਅੰਦਰ ਖਾਤੇ ਕਿਤੇ ਨਾ ਕਿਤੇ ਮਹਾਰਾਜ ਤੋਂ ਔਖ ਮਹਿਸੂਸ ਕਰ ਰਿਹਾ ਸੀ।
ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਹਾਕਮ ਸਭ ਤੇ ਨਜ਼ਰ ਦਿਲਾਏ, ਸਾਹੀ ਸੱਚਬ ਤਬ ਸਭ ਗਾਥਾ, ਗੁਰ ਕੀ ਕਹੀ ਜਬੈ ਉਨ ਸਾਥਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਸਾਰੀ ਖਬਰ ਨਾਲੋਂ ਨਾਲ ਰੱਖਦਾ ਹੈ। ਸੁਣ ਸਰਦਾ ਹੁਣ ਕੀ ਉਰ ਜਾਗੀ, ਮਾਨਣ ਲਗੇ ਨਿਜੈ ਬੜਦ ਭਾਗੀ। 3 ਦਿਵਸ ਗੁਜਰੇ ਜਬ ਐਸੇ, ਆਵਹਿ ਜਾਹੇ ਏਕ ਰਹਿ ਬੈਸੇ। ਮਹਾਰਾਜ ਕੁਝ ਕੁ ਸਮਾਂ ਇੱਥੇ ਰਹੇ ਨੇ ਔਰ ਇੱਕ ਆ ਰਿਹਾ ਇੱਕ ਜਾ ਰਿਹਾ। ਹਾਂਜੀ ਭਿਖ ਪ੍ਰਤਾਪ ਗੁਰ ਸ਼ਕਤੀ ਕੇਰੈ, ਸੇਵਣ ਲਾਗੇ ਲੋਕ ਬਧੇਰੈ। ਮਹਾਰਾਜ ਜੀ ਦੀ ਆਓ ਭਗਤ ਵੀ ਹੋਈ, ਮਹਾਰਾਜ ਨੂੰ ਲੋਕਾਂ ਨੇ ਮੱਥਾ ਟੇਕਿਆ। ਕੀਰਤ ਗੁਰ ਕੀ ਘਰ ਘਰ ਚਾਲੀ, ਮਨੋ ਮਾਲਤੀ ਫੁੱਲੀ ਬਸਾਲੀ। ਸਾਰੇ ਪਾਸੇ ਗੁਰੂ ਮਹਾਰਾਜ ਜੀ ਦੀ ਜੈ ਜੈਕਾਰ ਹੋਣ ਲੱਗੀ ਹੈ। ਦੇਖੋ ਇੱਥੋਂ ਭਾਈ ਸਾਹਿਬ ਅਸਲ ਵਿੱਚ ਸ਼ੁਰੂ ਕਰਦੇ ਨੇ ਔਰ ਇਹ ਦੂਸਰਾ ਭਾਗ ਇਤਿਹਾਸ ਦਾ, ਖਾਲਸੇ ਪੰਥ ਦੀ ਕਥਾ ਪ੍ਰਾਰੰਭ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ, ਔਰ ਉੱਥੋਂ ਸ਼ੁਰੂ ਕਰ ਰਹੇ ਨੇ ਭਾਈ ਸਾਹਿਬ। ਉਹਨਾਂ ਨੇ ਜ਼ਿਕਰ ਕਰਤਾ ਵੀ ਇਹ ਕਿਉਂ ਲਿਖਿਆ ਹੈ, ਇਹਦੇ ਕੀ ਕਾਰਨ ਸੀ, ਪਿਛੋਕੜ ਕੀ ਸੀ, ਤੇ ਜੇ ਕਿਤੇ ਕਮੀ ਰਹਿ ਜਾਏ ਤੇ ਉਹ ਮੇਰਾ ਔਗਣ ਸਮਝ ਕੇ ਤੁਸੀਂ ਮੇਰੀ ਝੋਲੀ ਚ ਪਾ ਦਿਓ, ਉਹ ਮੇਰੀਆਂ ਘਾਟਾਂ ਕਮੀਆਂ। ਪਰ ਗੁਰੂ ਕਾ ਇਤਿਹਾਸ ਸ਼ਰਧਾ ਨਾਲ, ਚਾਅ ਨਾਲ, ਭਾਵਨਾ ਨਾਲ ਸਰਵਣ ਕਰਿਓ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਔਰ ਜਿਵੇਂ ਆਪਾਂ ਪਿਛਲੇ ਸਮੇਂ ਦੇ ਵਿੱਚ ਦਸੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਾਚਿਆ ਵਿਚਾਰਿਆ, ਜਿਵੇਂ ਗਿਆਨੀ ਜੀ ਹੋਰਾਂ ਨੇ ਲਿਖਿਆ ਹੈ, ਔਰ ਗੁਰੂ ਕਿਰਪਾ ਕਰਨ ਆਪਾਂ ਰਲ ਮਿਲ ਕੇ ਗੁਰੂ ਮਹਾਰਾਜ ਦੀ ਆਸੀਸ ਪ੍ਰੇਮ ਦਾ ਸਦਕਾ ਅਗਲੇ ਦਿਨਾਂ ਦੇ ਵਿੱਚ ਇਹ ਜਿਹੜਾ ਪੰਥ ਦਾ ਇਤਿਹਾਸ ਹੈ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਜੋ ਇਤਿਹਾਸ ਹੈ ਉਹ ਆਪਾਂ ਨੇ ਵਾਚਣਾ ਹੈ, ਵਿਚਾਰਨਾ। ਜਿਵੇਂ ਵੀ ਆਏਗਾ ਗੁਰੂ ਕਿਰਪਾ ਕਰਨ ਆਪਾਂ ਸਾਂਝਾ ਕਰਾਂਗੇ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਭੁੱਲ ਚੁੱਕ ਦੀ ਮਾਫੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਕੀਰਤ ਗੁਰ ਕੀ ਘਰ ਘਰ ਚਾਲੀ, ਮਨੋ ਮਾਲਤੀ ਫੂਲੀ ਵਿਸਾਲੀ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈਪੀ ਹੋਵਣ ਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾ, ਰਾਖੋ ਹਿਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਦ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।